ओंकार सतनाम करता पुरख निर्भव निर्वैर अकाल मूरत अजूनी सैभं गुर प्रसाद वाहगुरु 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 जी का खालसा वाहगुरु जी की फतेह। ਸਨਮਾਨਯੋਗ ਗੁਰੂ ਸਵਾਰਿਓ, ਅੱਜ ਦੀ ਗੁਰਮਤ ਕਲਾਸ ਵਿੱਚ ਜਿਵੇਂ ਕਿ ਸਾਨੂੰ ਪਤਾ ਹੈ ਹਰ ਸ਼ੁੱਕਰਵਾਰ ਅਸੀਂ ਗੁਰਬਾਣੀ ਉਚਾਰਨ ਸੰਬੰਧੀ ਗੁਰਬਾਣੀ ਵਿਆਕਰਣ ਦੇ ਨਿਯਮ ਉਚਾਰਨ ਦੇ ਨਿਯਮ ਇਹਦੇ ਬਾਰੇ ਲਗਾਤਾਰ ਵਿਚਾਰਾਂ ਕਰਦੇ ਆ ਰਹੇ ਹਾਂ। ਪਿਛਲੇ ਹਫ਼ਤੇ ਅਸੀਂ ਗੁਰਬਾਣੀ ਵਿੱਚ ਆਏ ਹਾਹਾ ਅੱਖਰ ਦੇ ਉਚਾਰਨ ਸੰਬੰਧੀ ਕੁਝ ਸਿੱਖਿਆ ਸੀ। ਹਾਹੇ ਅੱਖਰ ਦੇ ਉਚਾਰਨ ਦੇ ਕੀ ਨਿਯਮ ਹਨ, ਲੱਗੀਆਂ ਹੋਈਆਂ ਲਗਾ ਮਾਤਰਾ ਦੇ ਨਾਲ ਕੀ ਉਚਾਰਨ ਵਿੱਚ ਫਰਕ ਪੈਂਦਾ ਹੈ। ਇਹ ਵਿਚਾਰ ਸਾਡੇ ਨਾਲ ਅੱਜ ਭੈਣ ਜੀ ਮਨਿੰਦਰ ਕੌਰ ਜੀ ਸਾਂਝੇ ਕਰਨਗੇ। ਤਾਂ ਮੈਂ ਭੈਣ ਜੀ ਮਨਿੰਦਰ ਕੌਰ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਉਹ ਅੱਜ ਦੀ ਆਪਣੀ ਗੁਰਬਾਣੀ ਵਿੱਚ ਆਏ ਹਾਹਾ ਅੱਖਰ ਦੇ ਉਚਾਰਨ ਸੰਬੰਧੀ ਜੋ ਨਿਯਮ ਹਨ ਉਹ ਸਾਡੇ ਨਾਲ ਸਾਂਝੇ ਕਰਨ। ਭੈਣ ਜੀ ਮਨਿੰਦਰ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਗੁਰਬਾਣੀ ਦੀ ਅੱਜ ਅਸੀਂ ਸ਼ੁੱਧ ਉਚਾਰਨ ਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲੇ ਅਸੀਂ ਗੱਲ ਕਰ ਰਹੇ ਹਾਂ ਲਗਾਖਰ ਦੀ। ਗੁਰਮੁਖੀ ਲਿਪੀ ਵਿੱਚ ਸ਼ਬਦਾਂ ਅਤੇ ਲਗਾਂ ਤੋਂ ਇਲਾਵਾ ਕੁਝ ਹੋਰ ਚਿੰਨ੍ਹਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਹਨਾਂ ਦਾ ਉਚਾਰਨ ਲਗਾਂ ਤੋਂ ਬਾਅਦ, ਲਗਾਂ ਤੋਂ ਮਗਰੋਂ ਹੁੰਦਾ ਹੈ, ਇਸ ਲਈ ਇਸ ਨੂੰ ਲਗਾਖਰ ਕਹਿੰਦੇ ਹਨ। ਇਹ ਇੱਕ ਤਰ੍ਹਾਂ ਨਾਲ ਲਗਾਂ ਦੇ ਸਹਾਇਕ ਹਨ। ਗੁਰਮੁਖੀ ਲਿਪੀ ਵਿੱਚ 3 ਲਗਾਖਰ ਹਨ, ਬਿੰਦੀ, ਟਿੱਪੀ ਅਤੇ ਅੱਧਕ। ਬਿੰਦੀ ਅਤੇ ਟਿੱਪੀ ਦੀ ਵਰਤੋਂ ਅੱਧੇ ਨਾਸਕੀ ਅੱਖਰਾਂ ਨੰਨਾ, ਮੰਮਾ, ਨੰਗਾ, ਨੰਜਾ, ਨਾਣਾ ਦੀ ਆਵਾਜ਼ ਰਾਹੀਂ ਸ਼ਬਦਾਂ ਨੂੰ ਨਾਸਕੀ ਰੂਪ ਵਿੱਚ ਡੇੜਾ ਭਾਵ ਡੇਢ ਗੁਣਾ ਕਰਕੇ ਉਚਾਰਨ ਕਰਨ ਲਈ ਕੀਤੀ ਜਾਂਦੀ ਹੈ, ਜਦੋਂ ਕਿ ਅੱਧਕ ਦੀ ਵਰਤੋਂ ਵਿਅੰਜਨ ਦੀ ਆਵਾਜ਼ ਨੂੰ ਡੇੜਾ ਜਾਂ ਡੇਢ ਗੁਣਾ ਕਰਕੇ ਜਾਂ ਬਲ ਦੇ ਕੇ ਜ਼ੋਰ ਨਾਲ ਉਚਾਰਨ ਕਰਨ ਲਈ ਕੀਤੀ ਜਾਂਦੀ ਹੈ। ਗੁਰਮੁਖੀ ਲਿਪੀ ਵਿੱਚ ਸ਼ਬਦਾਂ ਅਤੇ ਲਗਾਂ ਤੋਂ ਇਲਾਵਾ ਕੁਝ ਹੋਰ ਚਿੰਨ੍ਹਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਹਨਾਂ ਦਾ ਉਚਾਰਨ ਲਗਾਂ ਤੋਂ ਬਾਅਦ ਹੁੰਦਾ ਹੈ, ਇਸ ਲਈ ਇਸ ਨੂੰ ਲਗਾਖਰ ਕਹਿੰਦੇ ਹਨ। ਇਹ ਲਗਾਂ ਦੇ ਸਹਾਇਕ ਅੱਖਰ ਹਨ। ਗੁਰਮੁਖੀ ਲਿਪੀ ਵਿੱਚ 3 ਲਗਾਖਰ ਹਨ। ਮੈਂ ਰਿਪੀਟ ਕਰ ਰਹੀ ਹਾਂ, ਬਿੰਦੀ, ਟਿੱਪੀ ਅਤੇ ਅੱਧਕ। ਬਿੰਦੀ ਅਤੇ ਟਿੱਪੀ ਦੀ ਵਰਤੋਂ ਅਸੀਂ ਨਾਸਕੀ ਅੱਖਰਾਂ ਨੰਨਾ, ਮੰਮਾ, ਨੰਗਾ, ਨੰਜਾ, ਅਣਾਣਾ ਦੀ ਆਵਾਜ਼ ਰਾਹੀਂ ਸ਼ਬਦਾਂ ਨੂੰ ਨਾਸਕੀ ਰੂਪ ਵਿੱਚ ਡੇੜਾ ਭਾਵ ਡੇਢ ਗੁਣਾ ਕਰਕੇ ਉਚਾਰਨ ਕਰਨ ਲਈ ਕੀਤੀ ਜਾਂਦੀ ਹੈ, ਜਦੋਂ ਕਿ ਅੱਧਕ ਦੀ ਵਰਤੋਂ ਵਿਅੰਜਨ ਦੀ ਆਵਾਜ਼ ਨੂੰ
ਡੇੜਾ ਕਰਕੇ ਅਰਥਾਤ ਬਲ ਦੇ ਕੇ ਜ਼ੋਰ ਨਾਲ ਉਚਾਰਨ ਕਰਨ ਲਈ ਕੀਤੀ ਜਾਂਦੀ ਹੈ। ਪੰਜਾਬੀ ਵਿੱਚ ਟਿੱਪੀ ਅਤੇ ਬਿੰਦੀ ਦੀ ਵਰਤੋਂ। ਟਿੱਪੀ ਜਾਂ ਬਿੰਦੀ ਵਿੱਚੋਂ ਕਿੱਥੇ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਦਾ ਸੰਬੰਧ ਮਾਤਰਾ ਨਾਲ ਜਾਂ ਲਗ ਨਾਲ ਹੁੰਦਾ ਹੈ। ਇਹ ਲਿਖਤੀ ਰੂਪ ਵਾਸਤੇ ਹੈ। ਇਹਨਾਂ 4 ਮਾਤਰਾਵਾਂ ਨਾਲ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਪਹਿਲਾ ਹੈ ਮੁਕਤਾ, ਦੂਸਰਾ ਹੈ ਸਿਆਰੀ, ਤੀਸਰਾ ਹੈ ਔਂਕੜ ਤੇ ਚੌਥਾ ਹੈ ਦੁਲੈਂਕੜੇ। ਜਿਵੇਂ ਸੱਸੇ ਨੂੰ ਜੇ ਮੁਕਤਾ ਹੋਏਗਾ ਤੇ ਟਿੱਪੀ ਲੱਗੇਗੀ, ਸਿਆਰੀ ਹੋਏਗੀ ਤੇ ਟਿੱਪੀ ਲੱਗੇਗੀ, ਔਂਕੜ ਜਾਂ ਦੁਲੈਂਕੜ ਲੱਗਾ ਹੋਏਗਾ ਤੇ ਟਿੱਪੀ ਲੱਗੇਗੀ। ਜਿਸ ਤਰ੍ਹਾਂ ਐਗਜ਼ਾਮਪਲਸ ਹਨ, ਕੰਗਾ ਮੁਕਤਾ ਹੈ ਕੱਕਾ, ਟਿੱਪੀ ਲੱਗੀ ਹੈ। ਸੱਸਾ ਸਿੰਘ, ਸੱਸੇ ਨੂੰ ਸਿਆਰੀ ਲੱਗੀ ਹੈ, ਉੱਪਰ ਟਿੱਪੀ ਲੱਗੀ ਹੈ। ਸੁੰਦਰ ਔਂਕੜ ਲੱਗੀ ਹੈ ਸੱਸੇ ਨੂੰ ਤੇ ਉੱਪਰ ਟਿੱਪੀ ਲੱਗੀ ਹੈ। ਮੈਨੂੰ ਨੰਨੇ ਨੂੰ ਦੁਲੈਂਕੜ ਲੱਗੀ ਹੈ, ਇਸ ਵਾਸਤੇ ਇਸ ਨੂੰ ਵੀ ਟਿੱਪੀ ਲੱਗੀ ਹੈ। ਤੇ ਇਸ ਦਾ ਨਿਯਮ ਆਂਦਾ ਹੈ ਕਿ ਜਿਹੜਾ ਅਕਸ਼ਰ ਮੁਕਤਾ ਹੋਵੇ, ਸਿਆਰੀ ਲੱਗੀ ਹੋਵੇ, ਔਂਕੜ ਜਾਂ ਦੁਲੈਂਕੜ ਹੋਵੇ ਤਾਂ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਪਰੰਤੂ ਊੜੇ ਅੱਖਰ ਨਾਲ ਟਿੱਪੀ ਨਹੀਂ ਲਗਾਈ ਜਾਂਦੀ ਹੈ, ਐਕਸੈਪਸ਼ਨ ਹੈ। ਊੜੇ ਨੂੰ ਔਂਕੜ ਨਾਲ ਆਂਦਾ ਹੈ ਲੇਕਿਨ ਉਸ ਨੂੰ ਟਿੱਪੀ ਨਹੀਂ ਲੱਗਦੀ ਹੈ, ਉਸ ਨੂੰ ਬਿੰਦੀ ਹੀ ਲੱਗਦੀ ਹੈ। ਜਿਵੇਂ ਓਂਕਾਰ, ਕਿਉਂ, ਉਂਗਲੀ, ਊਂਗ, ਬਤਾਊਂ, ਸਾਰਿਆਂ ਨੂੰ ਜੇ ਹੋੜੇ ਦੇ ਰੂਪ ਵਿੱਚ ਵੀ ਆਇਆ ਹੈ ਊੜਾ ਤਦ ਵੀ ਉੱਥੇ ਬਿੰਦੀ ਲੱਗੇਗੀ। ਔਂਕੜ ਦੁਲੈਂਕੜ ਨਾਲ ਆਇਆ ਹੈ ਤਾਂ ਵੀ ਉਸ ਨੂੰ ਬਿੰਦੀ ਹੀ ਲੱਗੇਗੀ, ਟਿੱਪੀ ਨਹੀਂ ਲੱਗੇਗੀ। ਇਹ ਐਕਸੈਪਸ਼ਨ ਹੈ। ਅਦਰਵਾਈਜ਼ ਹੋੜੇ ਨਾਲ ਬਿੰਦੀ ਨਹੀਂ ਲੱਗਦੀ ਹੈ, ਟਿੱਪੀ ਲੱਗਦੀ ਹੈ। ਲੇਕਿਨ ਇੱਥੇ ਔਂਕੜ ਦੁਲੈਂਕੜ ਨਾਲ ਟਿੱਪੀ ਲੱਗਣੀ ਚਾਹੀਦੀ ਸੀ, ਲੇਕਿਨ ਊੜੇ ਦੇ ਨਾਲ ਹਮੇਸ਼ਾ ਬਿੰਦੀ ਲੱਗਦੀ ਹੈ, ਟਿੱਪੀ ਨਹੀਂ ਲੱਗਦੀ ਹੈ। ਇਹ ਲਿਖਤ ਰੂਪ ਹੈ। ਉਚਾਰਨ ਵਿੱਚ ਤਾਂ ਦੋਨੋਂ ਦਾ ਉਚਾਰਨ ਆਲਮੋਸਟ ਆਸ-ਪਾਸ ਹੀ ਆਂਦਾ ਹੈ, ਨਾਸਕੀ ਉਚਾਰਨ ਹੈ। ਜਦੋਂ ਕੋਈ ਮਾਤਰਾ ਅੱਖਰ ਦੇ ਸੱਜੇ ਕੋਨੇ ਨਾਲ ਲੱਗਦੀ ਹੈ ਤਾਂ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹ 6 ਮਾਤਰਾਵਾਂ ਹਨ ਜਿਹੜੀਆਂ ਸੱਜੇ ਕੋਨੇ ਤੇ ਲੱਗਦੀਆਂ ਹਨ। ਪਹਿਲੀ ਹੈ ਕੰਨਾ, ਬਿਹਾਰੀ, ਲਾਂ, ਦੁਲਾਵਾਂ, ਹੋੜਾ ਅਤੇ ਕਨੌੜਾ। ਸੱਸੇ ਨੂੰ ਕੰਨਾ ਲੱਗਿਆ ਹੈ, ਨਾਲ ਬਿੰਦੀ ਲੱਗੀ ਹੈ। ਬਿਹਾਰੀ ਲੱਗੀ ਹੈ, ਨਾਲ ਬਿੰਦੀ ਹੈ। ਲਾਂ ਹੈ ਤੇ ਨਾਲ ਬਿੰਦੀ ਹੈ। ਦੁਲਾਵਾਂ ਹੈ ਤੇ ਵੀ ਬਿੰਦੀ ਹੈ। ਤੇ ਹੋੜਾ और ਕਨੌੜਾ ਹੈ ਤਦ ਵੀ ਬਿੰਦੀ ਲੱਗੀ ਹੈ। ਐਗਜ਼ਾਮਪਲਸ ਦੇਖਦੇ ਹਾਂ। ਤਾਂਗ, ਭਾਂਡਾ, ਪੀਂਗ, ਮੀ। ਉਚਾਰਨ ਵੀ ਨਾਸਕੀ ਹੁੰਦਾ ਹੈ। ਗੇਂਦ, ਬੈਂਡ, ਹੋਂਦ, ਸੌਂਫ। ਸਭ ਦਾ ਉਚਾਰਨ ਸਾਰੀਆਂ ਮਾਤਰਾ ਜਿਹੜੀਆਂ 6 ਦੀ ਗੱਲ ਕੀਤੀ ਹੈ ਸਭ ਨੂੰ ਅਸੀਂ ਬਿੰਦੀ ਲਗਾਈ ਹੈ ਔਰ ਉਚਾਰਨ ਨਾਸਕੀ ਹੋ ਰਿਹਾ ਹੈ। ਤਾਂਗ, ਭਾਂਡਾ, ਪੀਂਗ, ਮੀ, ਗੇਂਦ, ਬੈਂਡ, ਹੋਂਦ, ਸੌਂਫ। ਇੱਥੇ ਅਸੀਂ ਇਕੱਠਾ ਦੇਖਦੇ ਹਾਂ ਕਿ ਕਿਹੜੀ ਲਗ ਦੇ ਨਾਲ ਟਿੱਪੀ ਲੱਗ ਰਹੀ ਹੈ, ਕਿਸ ਨਾਲ ਬਿੰਦੀ ਲੱਗ ਰਹੀ ਹੈ। ਸੱਸਾ ਮੁਕਤਾ ਹੈ, ਟਿੱਪੀ ਹੈ। ਸੱਸੇ ਨੂੰ ਕੰਨਾ ਹੈ, ਬਿੰਦੀ ਹੈ। ਸੱਸੇ ਨੂੰ ਸਿਆਰੀ ਹੈ, ਟਿੱਪੀ ਹੈ। ਸੱਸੇ ਨੂੰ ਬਿਹਾਰੀ ਹੈ, ਬਿੰਦੀ ਹੈ। ਸੱਸੇ ਨੂੰ ਔਂਕੜ ਹੈ, ਟਿੱਪੀ ਹੈ। ਸੱਸੇ ਨੂੰ ਦੁਲੈਂਕੜ ਹੈ, ਟਿੱਪੀ ਹੈ। ਸੱਸੇ ਨੂੰ ਲਾਂ ਹੈ ਤੇ ਬਿੰਦੀ ਹੈ। ਸੱਸੇ ਨੂੰ ਦੁਲਾਵਾਂ ਹੈ ਫਿਰ ਵੀ ਬਿੰਦੀ ਹੈ। ਸੱਸੇ ਨੂੰ ਹੋੜਾ ਹੈ, ਕਨੌੜਾ ਹੈ, ਫਿਰ ਵੀ ਬਿੰਦੀ ਹੈ। ਇਹ ਬਿੰਦੀ ਨਾਸਕੀ ਉਚਾਰਨ ਲਈ ਹੈ। ਪੰਜਾਬੀ ਵਿੱਚ ਅਦਕ ਦੀ ਵਰਤੋਂ। ਅੱਖਰ ਦੀ ਦੋਹਰੀ ਆਵਾਜ਼ ਪ੍ਰਗਟ ਕਰਨ ਲਈ ਅਦਕ ਦਾ ਚਿੰਨ੍ਹ
ਵਰਤਿਆ ਜਾਂਦਾ ਹੈ, ਜਦੋਂ ਕਿ ਹਿੰਦੀ ਵਿੱਚ ਅੱਧੇ ਅੱਖਰ ਦੀ ਵਰਤੋਂ ਕੀਤੀ ਜਾਂਦੀ ਹੈ। ਹਿੰਦੀ ਵਿੱਚ ਜਿਸ ਤਰ੍ਹਾਂ ਅਸੀਂ ਅੱਧਾ ਅਕਸ਼ਰ ਲਿਖਦੇ ਹਾਂ, ਲੇਕਿਨ ਪੰਜਾਬੀ ਵਿੱਚ ਉੱਪਰ ਅੱਧਕ ਜਿਹੜੇ ਅਕਸ਼ਰ ਨੂੰ ਡਬਲ ਕਰਕੇ ਬੋਲਣਾ ਹੈ, ਜਿਸ ਦਾ ਅੱਧਾ ਉਚਾਰਨ ਹੋਣਾ ਹੈ, ਉਸਦੇ ਪਹਿਲੇ ਅੱਖਰ ਨੂੰ ਅੱਧਕ ਲੱਗਦੀ ਹੈ। ਅੱਧਕ ਨੂੰ ਅੱਖਰ ਦੇ ਉੱਪਰ ਸੱਜੇ ਕੋਨੇ ਦੇ ਅਖੀਰ ਤੇ ਲਿਖਿਆ ਜਾਂਦਾ ਹੈ ਅਤੇ ਇਸ ਤੋਂ ਅਗਲਾ ਅੱਖਰ ਬਲ ਦੇ ਕੇ ਜ਼ੋਰ ਨਾਲ ਦੋਹਰਾ ਉਚਾਰਨ ਕੀਤਾ ਜਾਂਦਾ ਹੈ। ਇਹਦੇ ਉਦਾਹਰਨ ਹਨ ਖੱਟਾ, ਕੁੱਕੜ, ਦਿੱਲੀ, ਮੱਥਾ, 10, ਮੱਛਰ। ਇੱਥੋਂ ਕੋਈ ਚੀਜ਼ ਹਟੀ ਪਈ ਹੈ। ਜੇ ਅਸੀਂ ਅੱਧਕ ਨਹੀਂ ਲਗਾਉਂਦੇ ਹਾਂ ਤੇ ਉਹਦਾ ਮੀਨਿੰਗ ਕਿਸ ਤਰ੍ਹਾਂ ਚੇਂਜ ਹੁੰਦਾ ਹੈ, ਇਸ ਨੂੰ ਅਸੀਂ ਐਗਜ਼ਾਮਪਲ ਦੀ ਰਾਹੀਂ ਦੇਖ ਰਹੇ ਹਾਂ। ਇੱਥੋਂ ਕੋਈ ਚੀਜ਼ ਹਟੀ ਹੋਈ ਹੈ। ਹਟੀ ਹੋਈ ਹੈ ਦਾ ਭਾਵ ਹੈ ਕਿ ਇੱਥੋਂ ਕੋਈ ਚੀਜ਼ ਸਰਕੀ ਹੋਈ ਹੈ, ਜਗ੍ਹਾ ਤੇ ਨਹੀਂ ਹੈ। ਤੇ ਜੇ ਉੱਪਰ ਅੱਧਕ ਲਗਾ ਦਿੱਤੀ ਤੇ ਅੱਜ ਹੱਟੀ ਤੇ ਜਲਦੀ ਜਾਣਾ ਹੈ, ਤੇ ਮੀਨਿੰਗ ਹੀ ਚੇਂਜ ਹੋ ਗਿਆ ਹੈ ਅੱਧਕ ਲਗਾਉਣ ਨਾਲ ਕਿ ਅੱਜ ਹੱਟੀ ਤੇ ਜਲਦੀ ਜਾਣਾ ਹੈ। ਬਿੰਦੀ ਟਿੱਪੀ ਜੋ ਮਤਲਬ ਨਾਸਕੀ ਉਚਾਰਨ ਹੋਰ ਅੱਧਕ ਗੁਰਬਾਣੀ ਵਿੱਚ ਨਹੀਂ ਲੱਗੀ ਹੋਈ ਹੈ ਜ਼ਿਆਦਾ, ਪਰ ਉਚਾਰਨ ਵਿੱਚ ਆਉਂਦੀ ਹੈ। ਜਿੱਥੇ ਲੋੜ ਹੈ ਉੱਥੇ ਅਸੀਂ ਉਚਾਰਨ ਕਰਨੀ ਹੈ, ਨਹੀਂ ਤੇ ਮੀਨਿੰਗ ਚੇਂਜ ਹੋ ਜਾਂਦਾ ਹੈ। ਜਿਸ ਤਰ੍ਹਾਂ ਕਿ ਐਗਜ਼ਾਮਪਲ ਵਿੱਚ ਦੇਖ ਰਹੇ ਹਾਂ, ਜੇ ਹੱਟੀ ਪੜਾਂਗੇ ਤੇ ਉਹਦਾ ਮੀਨਿੰਗ ਅਲੱਗ ਹੋ ਰਿਹਾ ਹੈ ਕਿ ਸਰਕੀ ਹੋਈ ਹੈ। ਜੇ ਹੱਟੀ ਬੋਲ ਰਹੇ ਹਾਂ ਤੇ ਉਸਦਾ ਮੀਨਿੰਗ ਅਲੱਗ ਹੋ ਰਿਹਾ ਹੈ, ਦੁਕਾਨ ਦੀ ਗੱਲ ਹੋ ਰਹੀ ਹੈ। ਔਰ ਬਿੰਦੀ ਟਿੱਪੀ ਦਾ ਉਚਾਰਨ ਤੇ ਉਸਦੇ ਬਾਰੇ ਅਲੱਗ ਨਿਯਮ ਹੈ, ਕਿੱਥੇ ਉਚਾਰਨਾ ਹੈ, ਕਿੱਥੇ ਹੈ ਜੋ ਨਿਯਮ ਕੀਤਾ ਹੈ ਅਸੀਂ ਉਹ ਲਿਖਤ ਦਾ ਕੀਤਾ ਹੈ, ਕਿੱਥੇ ਉਚਾਰਨਾ ਹੈ ਉਹ ਅਲੱਗ ਨਿਯਮ ਹੈ। ਕਿ ਜਿੱਥੇ ਆਪਣੀ ਗੱਲ ਹੋ ਰਹੀ ਹੈ, ਜਿੱਥੇ ਮੈਂ ਆਪਣੀ ਗੱਲ ਕਰ ਰਿਹਾ ਹਾਂ, ਜਿੱਥੇ ਆਪਣੀ ਗੱਲ ਕੀਤੀ ਹੋਈ ਹੈ ਗੁਰੂ ਜੀ ਨੇ ਵੀ, ਤੇ ਉੱਥੇ ਬਿੰਦੀ ਲੱਗਦੀ ਹੈ। ਹੋਰ ਜਿੱਥੇ ਬਹੁਵਚਨ ਹੋ ਰਿਹਾ ਵੇ ਉੱਥੇ ਬਿੰਦੀ ਲੱਗਦੀ ਹੈ। ਬਿੰਦੀ ਦਾ ਉਚਾਰਨ ਦੋ ਜਗ੍ਹਾ ਤੇ ਜ਼ਿਆਦਾ ਕਰਕੇ ਅਸੀਂ ਦੇਖਦੇ ਹਾਂ। ਇਹ ਹੁੰਦਾ ਹੈ ਕਿ ਜਿੱਥੇ ਆਪਣੀ ਗੱਲ ਹੋ ਰਹੀ ਹੈ ਹੋਰ ਜਿੱਥੇ ਬਹੁਵਚਨ ਹੋ ਰਿਹਾ ਵੇ। ਤੇ ਲਿਖਤ ਰੂਪ ਜਿਹੜਾ ਹੈ ਹੁਣੇ ਅਸੀਂ ਕਲੀਅਰ ਕੀਤਾ ਹੈ ਕਿ ਲਿਖੀ ਕਿਹੜੇ ਅਕਸ਼ਰ ਦੇ ਉੱਤੇ ਬਿੰਦੀ ਲੱਗੇਗੀ, ਕਿਸ ਤੇ ਟਿੱਪੀ ਲੱਗੇਗੀ। ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਸਾਰਥਕ ਜਾਂ ਵਾਚਕ ਸ਼ਬਦ ਹੁੰਦੇ ਹਨ ਤੇ ਦੂਸਰੇ ਹੁੰਦੇ ਹਨ ਨਿਰਾਰਥਕ ਸ਼ਬਦ। ਜਦ ਅਸੀਂ ਗ੍ਰਾਮਰ ਦੀ ਗੱਲ ਕਰਨੇ ਹਾਂ ਤੇ ਉਹ ਸਾਰਥਕ ਸ਼ਬਦ ਵਾਸਤੇ ਗ੍ਰਾਮਰ ਹੁੰਦਾ ਹੈ, ਨਿਰਾਰਥਕ ਸ਼ਬਦ ਵਾਸਤੇ ਕੋਈ ਗ੍ਰਾਮਰ ਦਾ ਨਿਯਮ ਨਹੀਂ ਹੈ। ਸਾਰਥਕ ਸ਼ਬਦ ਜਿਨ੍ਹਾਂ ਦਾ ਕੋਈ ਅਰਥ ਨਿਕਲਦਾ ਹੋਵੇ ਉਹ ਸਾਰਥਕ ਸ਼ਬਦ ਹਨ। ਉਹਨਾਂ ਦੇ ਐਗਜ਼ਾਮਪਲਸ ਦੇ ਰਹੇ ਹਾਂ, ਸ਼ਾਮ, ਛੋਟਾ, ਬਾਗ, ਪ੍ਰੀਤ, ਧਨ, ਸਤ, ਕਿਤਾਬ, ਮਕਾਨ, ਗਿਆਨ, ਪ੍ਰਾਪਤ। ਇਹ ਸਾਰਥਕ ਸ਼ਬਦ ਹਨ ਜਿਨ੍ਹਾਂ ਦਾ ਮੀਨਿੰਗਫੁਲ ਸ਼ਬਦ ਅਸੀਂ ਜਿਕਨ ਬੋਲਾਂਗੇ ਇਹਨਾਂ ਦਾ ਕੋਈ ਅਰਥ ਨਿਕਲਦਾ ਹੈ। ਨਿਰਾਰਥਕ ਸ਼ਬਦ ਹਨ ਜਿਨ੍ਹਾਂ ਦਾ ਇਕੱਲਿਆਂ ਕੋਈ ਅਰਥ ਨਹੀਂ ਨਿਕਲਦਾ ਹੈ, ਸਾਰਥਕ ਸ਼ਬਦਾਂ ਨਾਲ ਜੁੜਵੇਂ ਰੂਪ ਵਿੱਚ ਬੋਲਚਾਲ ਵਿੱਚ ਵਰਤੇ ਜਾਂਦੇ ਹਨ। ਇਹਨਾਂ ਸ਼ਬਦਾਂ ਨੂੰ ਇਕੱਲੇ ਤੌਰ ਤੇ ਨਹੀਂ ਵਰਤਿਆ ਜਾ ਸਕਦਾ ਹੈ। ਰੋਟੀ ਰਾਟੀ, ਪਾਣੀ ਧਾਨੀ, ਕੱਪੜੇ ਕੁਪੜੇ, ਮੇਜ਼ ਵੇਜ ਅਸੀਂ ਬੋਲਚਾਲ ਵਿੱਚ ਸਾਡੇ ਮੂੰਹ ਚੜਿਆ ਹੁੰਦਾ ਵੇ, ਔਰ ਅਸੀਂ ਦੂਸਰਾ ਨਿਰਅਰਥਕ ਸ਼ਬਦ ਇੱਕ ਸਾਰਥਕ ਸ਼ਬਦ ਦੇ ਨਾਲ ਜੋੜ ਕੇ ਬੋਲਦੇ ਹਾਂ। ਇਹਨਾਂ ਸ਼ਬਦ ਜੋੜਿਆਂ ਵਿੱਚ ਰਾਟੀ, ਧਾਨੀ, ਕੁਪੜੇ, ਵੇਜ, ਕੁੱਪੀ ਇਹ ਸਭ ਨਿਰਾਰਥਕ ਸ਼ਬਦ ਹਨ। ਇਹ ਇਕੱਲੇ ਰੂਪ ਤੇ ਜੇ ਅਸੀਂ ਬੋਲਾਂਗੇ ਤੇ ਇਹਦਾ ਕੋਈ ਮੀਨਿੰਗ ਨਹੀਂ ਨਿਕਲਦਾ ਹੈ। ਹੁਣ ਅਸੀਂ ਸਮਝਾਂਗੇ ਬਣਤਰ ਅਨੁਸਾਰ ਸ਼ਬਦ ਦੇ ਭੇਦ। ਬਣਤਰ ਅਨੁਸਾਰ ਸ਼ਬਦ ਦੇ 3 ਭੇਦ ਹਨ। ਪਹਿਲਾ ਹੈ ਮੂਲ ਸ਼ਬਦ, ਦੂਸਰਾ ਹੈ ਜਿਹੜੇ ਸ਼ਬਦ ਕਿਸੇ ਹੋਰ ਸ਼ਬਦ ਤੋਂ ਨਾ ਬਣੇ ਹੋਣ, ਇਹਨਾਂ ਸ਼ਬਦਾਂ ਨੂੰ ਮੂਲ ਸ਼ਬਦ ਆਖਦੇ ਹਨ। ਮੂਲ ਸ਼ਬਦ ਹੈ ਜਿਹੜਾ ਸ਼ਬਦ ਕਿਸੇ ਹੋਰ ਸ਼ਬਦ ਤੋਂ ਨਹੀਂ ਬਣਿਆ ਹੈ, ਆਪਣੇ ਮੌਲਕ ਰੂਪ ਵਿੱਚ ਹੈ, ਉਸਨੂੰ ਮੂਲ ਸ਼ਬਦ ਆਖਦੇ ਹਨ। ਇਸ ਦੇ ਐਗਜ਼ਾਮਪਲਸ ਹਨ ਹਾਰ, ਪਾਣੀ, ਸੁਖ, ਸੱਚ। ਦੂਸਰਾ ਹੈ ਉਤਪੰਨ ਸ਼ਬਦ।
उत्पन्न शब्द ਜਿਹੜੇ ਸ਼ਬਦ ਮੂਲ ਸ਼ਬਦ ਨਾਲ ਅੱਗੇ ਜਾਂ ਪਿੱਛੇ ਕੁਝ ਅੱਖਰ ਜੋੜ ਕੇ ਬਣਾਏ ਜਾਣ ਉਹਨਾਂ ਸ਼ਬਦਾਂ ਨੂੰ ਉਤਪੰਨ ਸ਼ਬਦ ਆਖਦੇ ਹਨ। ਇਹਨਾਂ ਦੇ ਐਗਜ਼ਾਮਪਲਸ ਹਨ ਪੁੱਤਰ, ਪੁੱਤਰ ਮੂਲ ਸ਼ਬਦ ਹੈ, ਉਸਦੇ ਅੱਗੇ ਸੱਸਾ ਜੁੜਿਆ ਤੇ ਸਪੁੱਤਰ। ਭਾਗ ਮੂਲ ਸ਼ਬਦ ਹੈ, ਉਸਦੇ ਅੱਗੇ ਦੁਰ ਜੁੜ ਲਿਆ ਤੇ ਦੁਰਭਾਗ। ਇਹ ਉਤਪੰਨ ਸ਼ਬਦ ਹਨ ਜਿਹੜੇ ਕਿ ਮੂਲ ਸ਼ਬਦ ਦੇ ਅੱਗੇ ਜਾਂ ਪਿੱਛੇ ਅੱਖਰ ਜੋੜ ਕੇ ਬਣਾਏ ਗਏ ਹਨ। ਅਣਖ ਜੇ ਉਸਦੇ ਪਿੱਛੇ ਲਾ ਲਗਾ ਦਿੱਤਾ ਤੇ ਅਣਖੀਲਾ। ਕਿਰਪਾ, ਕਿਰਪਾ ਪਿੱਛੇ ਲੱਲਾ ਲੱਗਿਆ ਕਿਰਪਾਲੂ। ਤੀਸਰੇ ਹੁੰਦੇ ਹਨ ਸਮਾਸੀ ਸ਼ਬਦ। ਜਿਹੜਾ ਸ਼ਬਦ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਜੋੜ ਤੋਂ ਬਣਾਏ ਜਾਣ ਉਹਨਾਂ ਸ਼ਬਦਾਂ ਨੂੰ ਸਮਾਸੀ ਸ਼ਬਦ ਆਖਦੇ ਹਨ। ਉਹਨਾਂ ਦੇ ਉਦਾਹਰਣ ਹਨ ਕੰਮ ਹੋਰ ਚੋਰ, ਦੋਨੋਂ ਸਾਰਥਕ ਸ਼ਬਦ ਹਨ। ਕੰਮ ਹੋਰ ਚੋਰ ਦੋਨੋਂ ਨੂੰ ਜੋੜ ਕੇ ਕੰਮ ਚੋਰ। ਮਨ ਮੀਤ, ਮਨ और मीत जोड़ के मनमीत। हर मन प्यारा, हर मन प्यारा। ਇਹ ਸ਼ਬਦ ਦੇ ਜੋੜ ਦੇ ਨਾਲ ਬਣੇ ਹੋਏ ਜਿਹੜੇ ਸ਼ਬਦ ਹਨ ਉਸ ਨੂੰ ਸਮਾਸੀ ਸ਼ਬਦ ਕਹਿੰਦੇ ਹਾਂ। ਹੁਣ ਦੁੱਤ ਅੱਖਰਾਂ ਦੀਆਂ ਉਦਾਹਰਨਾਂ ਦੇਖਦੇ ਹਾਂ। ਦੁੱਤ ਅੱਖਰ ਤਿੰਨ ਹਨ, ਪੈਰੀ ਰਾਰਾ, ਪੈਰੀ ਵਾਵਾ ਹੋਰ ਪੈਰੀ ਹਾਹਾ। ਪੈਰੀ ਰਾਰਾ ਜਿਸ ਤਰ੍ਹਾਂ ਬਾਣੀ ਵਿੱਚ ਵੀ ਬਹੁਤ ਜਗ੍ਹਾ ਤੇ ਲਿਖਿਆ ਹੋਇਆ ਮਿਲਦਾ ਹੈ ਪੈਰੀ ਰਾਰਾ। ਮ੍ਰਿਗ, ਪ੍ਰੇਮ, ਗ੍ਰੰਥ, ਕ੍ਰੋਧ, ਪ੍ਰਾਣ, त्रेल, प्रवीण, क्रांति, प्रिंसिपल, प्रभु, कृष्ण, श्रेष्ठ। पढ़न विच उसका नियम समझ विच आ रहा है कि अद्धा रारा है, मम्मे नूं सिहारी लगी हुई है, उचारण उसका असी जिहड़ी सिहारी है उसका उचारण मम्मे नूं लगी है लेकिन मम्मे दे नाल नहीं कर रहे हाँ, उसका उचारण रारा दे नाल कर रहे हाँ। मम्मा रारे नूं सिहारी होर गग्गा मृग, मृग होएगा लेकिन अद्धा है रारा क्योंकि तो उसनूं असी मृग पढ़ांगे। पप्पा पप्पे नूं लाण लगी है लेकिन थल्ले रारा है ते असी प्रेम होंदा है, अद्धा रारा है इस वास्ते उसनूं असी प्रेम पढ़ांगे क्योंकि जिहड़ी नियम इसदा यही है कि जिहड़ी लग उसनूं लगी है पूरे अखर नूं लगी है वो लग अद्धे अखर लई है वो पूरे अखर नाल नहीं पढ़ी जाएगी, वो अद्धे अखर नाल पढ़ी जाएगी। इस तरह ही ग्रंथ, क्रोध कक्के नूं मात्रा है लेकिन असी उसनूं रारे नाल पढ़ रहे हैं। क्रोध अद्धा है इस वास्ते क्रोध। प्राण रारे नूं कन्ना लगा के प्राण। त्रेल प्रवीण पप्पे नूं है अद्धा अखर है ते अद्धे दे रूप विच उचारण किया जाता है ते जे लग लगी हुई है कोई ते ओ अद्धे अखर लई है, उसनूं पूरे अखर नाल नहीं पढ़ना है। हुण क्रांति क्रांति अद्धा है इस वास्ते क्रांति। इसी तरह प्रिंसिपल प्रभु कृष्ण श्रेष्ठ। गुरबानी विच बहुत जगह ते अद्धे अखर दी वरतों अद्धे रारे दी वरतों होई हुई है। हर अमृत पिन्ने लोयना मन प्रेम रतन्ना राम राजे। मम्मे नूं सिहारी है, रारा मुक्ता है लेकिन सिहारी नूं रारे दे नाल अमृत 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 इस वास्ते नहीं पढ़िया है क्योंकि सिहारी है और उस सिहारी जद विच आंदी है तो हल्की जी लां दी आवाज देंदी है, इस वास्ते अमृत पिन्ने लोयना मन प्रेम रतन्ना राम राजे। प्रेम पप्पे नूं ला है लेकिन वो पढ़ी जाएगी रारे अद्धे रारे नाल प्रेम। पुत्र कलत्र ग्रह सगल समग्री मिथ्या अस्नाहा।
ਸਮੱਗਰੀ ਗੱਗੇ ਨੂੰ ਸਿਹਾਰੀ ਦੇ ਨਾਲ ਲੱਗੀ ਹੈ, ਲੇਕਿਨ ਉਚਾਰਨ ਹੋ ਰਹੀ ਹੈ ਰਾਰੇ ਤੇ ਸਮੱਗਰੀ। ਪੁੱਤਰ ਤੱਤੇ ਥੱਲੇ ਹੈ, ਕਲਤਰ ਉਤੇ ਅੱਧੇ ਰੂਪ ਵਿੱਚ ਇਹ ਨਾਲ ਲੱਗ ਨਹੀਂ ਹੈ, ਲੇਕਿਨ ਸਮੱਗਰੀ ਵਿੱਚ ਲੱਗ ਲੱਗੀ ਹੋਈ ਹੈ। ਤੇ ਇੱਥੋਂ ਸਮਝਣਾ ਹੈ ਕਿ ਜਿਹੜੀ ਲੱਗ ਲੱਗੀ ਹੋਈ ਹੈ ਉਹ ਪੂਰੇ ਅੱਖਰ ਤੇ ਲੱਗੀ ਹੋਈ ਹੈ, ਲੇਕਿਨ ਉਚਾਰਨ ਅੱਧੇ ਅੱਖਰ ਨਾਲ ਕੀਤੀ ਜਾਏਗੀ, ਸਮੱਗਰੀ। ਪੈਰੀ ਹਾਹਾ, ਪੜ, ਗੜ, ਥੱਲੇ ਜਿਹੜਾ ਅਕਸ਼ਰ ਦੇ ਥੱਲੇ ਲੱਗੀ ਹੈ ਉਹ ਅਕਸ਼ਰ ਦਾ ਉਚਾਰਨ ਥੋੜਾ ਭਾਰਾ ਹੋ ਜਾਂਦਾ ਹੈ। ਹਾਹਾ ਜ਼ਿਆਦਾ ਕਰਕੇ ਮੈਨੂੰ ਜ਼ਿਆਦਾ ਨਹੀਂ ਪਤਾ ਹੈ, ਲੇਕਿਨ ਲਿਖਿਆ ਹੋਇਆ ਨਹੀਂ ਮਿਲਦਾ ਹੈ ਬਾਣੀ ਵਿੱਚ ਜ਼ਿਆਦਾ ਕਿੱਥੇ ਹੋਏਗਾ, ਕਿਸੇ ਨੂੰ ਜੇ ਪਤਾ ਹੈ ਤੇ ਜ਼ਰੂਰ ਸਾਂਝ ਪਾਓ। ਪਰ ਉਚਾਰਨ ਵਿੱਚ ਬਹੁਤ ਜਗ੍ਹਾ ਆਉਂਦਾ ਹੈ, ਜਿੱਥੇ ਵੀ ਭਾਰਾ ਕਰਕੇ ਪੜਨ ਦੀ ਲੋੜ ਹੁੰਦੀ ਹੈ ਉੱਥੇ ਥੱਲੇ ਹਾਹਾ ਲੱਗ ਜਾਂਦਾ ਹੈ, ਤੇ ਹਾਹਾ ਦਾ ਹਾ ਥੱਲੇ ਲੱਗਣ ਨਾਲ ਉਸਦਾ ਉੱਪਰ ਵਾਲੇ ਪੂਰੇ ਅਕਸ਼ਰ ਦਾ ਉਚਾਰਨ ਥੋੜਾ ਭਾਰਾ ਹੋ ਜਾਂਦਾ ਹੈ। ਪੜ, ਗੜ, ਮੜੀ, ਮਲਮ, ਵਰਾ, ਨਿਯਮ ਇੱਥੇ ਵੀ ਉਹੀ ਹੈ ਕਿ ਜਿਹੜੀ ਲੱਗ ਲੱਗੀ ਹੋਈ ਹੈ ਉਹ ਵਾਲੀ ਅੱਧੇ ਅੱਖਰ ਨਾਲ ਲੱਗੇਗੀ। ਹੁਣ ਵਰਾ ਤੇ ਹਾਹਾ ਨੂੰ ਲੱਗ ਰਹੀ ਹੈ, ਲੱਗੀ ਹੋਈ ਰਾਰੇ ਨੂੰ ਹੈ। ਸਿਲ, ਕਿਲਾ, ਲੱਲੇ ਨੂੰ ਕੰਨਾ ਹੈ, ਲੇਕਿਨ ਉਚਾਰਨ ਹਾਹਾ ਦੇ ਨਾਲ ਆ ਰਿਹਾ ਹੈ, ਕਿਲਾ। ਚੜਨਾ, ਮਨ, ਕੁੜਨਾ, ਪੜਨਾ, ਖੁੱਲਾ। ਨਿਯਮ ਇਸ ਦਾ ਵੀ ਉਹੀ ਹੈ ਕਿ ਜਿਹੜੀ ਵੀ ਲੱਗ ਲੱਗੀ ਹੋਏਗੀ ਉਹ ਅੱਧੇ ਅਕਸ਼ਰ ਹਾਹੇ ਦੇ ਨਾਲ ਉਚਾਰਨ ਹੋਏਗੀ। ਪੈਰੀ ਬਾਬਾ, ਪੈਰੀ ਬੱਬਾ ਤੇ ਅੱਧਾ ਹੀ ਸਵਰ ਦੇਗਾ ਬੱਬਾ ਦਾ। ਸਵਰ, ਸਵਾਸ, ਸਵਚ, द्वार, स्वामी, स्वाधीन। ਨਿਯਮ ਉਹੀ ਚੱਲ ਰਿਹਾ ਹੈ ਕਿ ਅੱਧੇ ਅਕਸ਼ਰ ਦੀ ਨੂੰ ਲੱਗ ਲੱਗੇਗੀ, ਜਿਹੜੀ ਪੂਰੇ ਅੱਖਰ ਨੂੰ ਲੱਗੀ ਹੋਈ ਹੈ ਉਹ ਵਾਲੀ ਲੱਗ ਅੱਧੇ ਅੱਖਰ ਨੂੰ ਲੱਗ ਕੇ ਉਚਾਰਨ ਹੋਏਗੀ। द्वार, स्वामी, स्वाधीन, द्वैत, ਦੱਦੇ ਦੇ ਉੱਤੇ ਦੁਲਾਵਾਂ ਹੈ ਲੇਕਿਨ ਬੱਬੇ ਦੇ ਨਾਲ ਪੜੀਆਂ ਜਾਣਗੀਆਂ। द्वैत, स्वैमान, स्वाधीन। ਬੱਬੇ ਸੱਸੇ ਤੇ ਦੁਲਾਵਾਂ ਹੈ ਲੇਕਿਨ ਬੱਬੇ ਦੇ ਨਾਲ ਬੱਬੇ ਨੂੰ ਲੱਗ ਕੇ ਉਚਾਰਨ ਹੋ ਰਹੀਆਂ ਨੇ। ਸਵੈਮਾਨ ਅੱਧਾ ਹੈ, ਇਸ ਵਾਸਤੇ ਸਵੈਮਾਨ। ਸੱਸਾ ਬੱਬੇ ਨੂੰ ਲਾ ਹੈ, ਕੰਨਾ ਹੈ, ਲੇਕਿਨ ਉਚਾਰਨ ਆ ਰਿਹਾ ਹੈ ਸਵਾਧੀਨ, ਅੱਧਾ ਹੈ, ਇਸ ਵਾਸਤੇ ਸਵਾਧੀਨ। ਲੱਗ ਜਿਹੜੀ ਹੈ ਉਹ ਅੱਧੇ ਅੱਖਰ ਨੂੰ ਲੱਗ ਰਹੀ ਹੈ। ਇਹ ਸਾਨੂੰ ਜ਼ਿਆਦਾ ਕਰਕੇ ਬੱਬੇ ਦੀ ਉਚਾਰਨ ਜਾਪ ਸਾਹਿਬ ਵਿੱਚ ਦੇਖਣ ਨੂੰ ਮਿਲਦਾ ਹੈ। ਨਮਸਤੰ ਅਕਾਲੇ, ਨਮਸਤੰ ਕਿਰਪਾਲੇ। ਉਹਨੂੰ ਉੱਪਰ ਇੱਥੇ ਟਿੱਪੀ ਵੀ ਆ ਰਹੀ ਹੈ, ਪਿੱਛੇ ਅਸੀਂ ਟਿੱਪੀ ਨੂੰ ਵੀ ਸਮਝ ਕੇ ਆਏ ਹਾਂ। ਤੇ ਟਿੱਪੀ ਜਦ ਲਾਸਟ ਵਿੱਚ ਆਉਂਦੀ ਹੈ ਨਾਸਕੀ ਉਚਾਰਨ ਹੈ, ਲੇਕਿਨ ਇਹ ਅੰਗ ਦੀ ਆਵਾਜ਼ ਦਿੰਦੀ ਹੈ। ਨਮਸਤੰਗ, ਨਮਸਤੰਗ ਨਹੀਂ ਪੜਨਾ ਹੈ, ਇਸਨੂੰ ਨਮਸਤਵੰਗ ਪੜਨਾ ਹੈ। ਨਮਸਤਵੰਗ। ਔਰ ਉਹ ਦੇਖੋ ਟਿੱਪੀ ਲੱਗ ਵੀ ਬੱਬੇ ਨੂੰ ਰਹੀ ਹੈ, ਤੱਤੇ ਤੇ ਲੱਗੀ ਹੈ ਲੇਕਿਨ ਬੱਬੇ ਦੇ ਉੱਤੇ ਪੜੀ ਜਾ ਰਹੀ ਹੈ। ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ। ਇੱਥੇ ਰਾਰੇ ਦਾ ਨਿਯਮ ਵੀ ਆ ਰਿਹਾ ਹੈ, ਕੱਕੇ ਦੇ ਉੱਤੇ ਸਿਹਾਰੀ ਹੈ ਔਰ ਥੱਲੇ ਰਾਰਾ ਹੈ, ਤੇ ਕਿਰਪਾਲੇ ਰਾਰੇ ਨੂੰ ਸਿਹਾਰੀ ਲਗਾ ਕੇ ਤੇ ਉਹਦਾ ਉਚਾਰਨ ਵਿੱਚ ਆਏਗਾ ਤੇ ਥੋੜਾ ਲਾਹ ਰਹੇਗਾ, ਕਿਰਪਾਲੇ। ਨਮਸਤੰ ਅਕਾਲੇ, ਨਮਸਤੰ ਕਿਰਪਾਲੇ। ਨਮੋ ਰਾਜ ਰਾਜੇਸ਼ਵਰੰ ਪਰਮ ਸਿੱਧੇ। ਇੱਥੇ ਅੱਧਕ ਵੀ ਸਾਨੂੰ ਇਸ ਵਿੱਚ ਮਿਲਦੀ ਹੈ ਜ਼ਿਆਦਾ ਜਾਪ ਸਾਹਿਬ ਵਿੱਚ, ਇਸ ਵਾਸਤੇ ਜਾਪ ਸਾਹਿਬ ਤੋਂ ਐਗਜ਼ਾਮਪਲਸ ਲਏ ਹਨ। ਨਮੋ ਰਾਜ ਰਾਜੇਸ਼ਵਰੰ ਪਰਮ ਸਿੱਧੇ। ਹੁਣ ਅਸੀਂ ਹਾਏ ਦੇ ਨਿਯਮ ਤੇ ਆ ਰਹੇ ਹਾਂ। ਹਾਹਾ ਅੱਖਰ ਸੰਬੰਧੀ ਉਚਾਰਨ ਰੂਪ ਤੇ ਲਿਖਤ ਰੂਪ ਬਾਬਤ ਪੰਜਾਬੀ ਵਿੱਚ ਵਿਸ਼ੇਸ਼ ਨਿਯਮ ਹਨ। ਹਾਲਾਂਕਿ ਅਸੀਂ ਇਹ ਪਿਛਲੇ ਹਫਤੇ ਕੀਤੇ ਸੀ, ਪਰ ਵੀਰ ਜੀ ਨੇ ਕਿਹਾ ਰਿਪੀਟ ਕਰਨ ਵਾਸਤੇ ਤੇ ਮੈਂ ਰਿਪੀਟ ਕਰ ਰਹੀ ਹਾਂ। ਇਸ ਦਾ ਪਹਿਲਾ ਨਿਯਮ ਹੈ, ਪੰਜਾਬੀ ਸ਼ਬਦ ਜੋੜਾਂ ਦੇ ਬਣੇ ਨਿਯਮਾਂ ਮੁਤਾਬਕ
ਜੇ ਸ਼ਬਦ ਦਾ ਦੂਜਾ ਅੱਖਰ ਹਾਹਾ ਹੋਵੇ ਅਤੇ ਪਹਿਲੇ ਅੱਖਰ ਨਾਲ ਲਾਂ ਦੀ ਲੱਗਦੀ ਆਵਾਜ਼ ਦਾ ਉਚਾਰਨ ਹੋਵੇ ਤਾਂ ਲਿਖਤ ਰੂਪ ਵਿੱਚ ਪਹਿਲੇ ਅੱਖਰ ਨਾਲ ਲਾਂ ਨਹੀਂ ਲਿਖੀ ਜਾਵੇਗੀ ਅਤੇ ਉਸ ਦੀ ਜਗ੍ਹਾ ਤੇ ਪਹਿਲੇ ਅੱਖਰ ਨੂੰ ਸਿਹਾਰੀ ਦੀ ਲਗ ਲਿਖੀ ਜਾਵੇਗੀ ਜਦੋਂ ਕਿ ਉਚਾਰਨ ਲਾਂ ਦਾ ਹੀ ਹੋਵੇਗਾ। ਕਲੀਅਰ ਹੈ ਕਿ ਜਿਹੜਾ ਵੀ ਅੱਖਰ ਹੈ, ਜੇ ਅੱਗੇ ਐਗਜ਼ਾਮਪਲ ਵਿੱਚ ਦੇਖਦੇ ਹਾਂ ਉੱਥੇ ਜੇ ਸਿਹਾਰੀ ਲੱਗੀ ਹੈ ਲਿਖਤ ਰੂਪ ਵਿੱਚ ਤਾਂ ਉਚਾਰਨ ਰੂਪ ਵਿੱਚ ਉਸ ਦਾ ਉਚਾਰਨ ਲਾਂ ਦੀ ਤਰ੍ਹਾਂ ਹੋਏਗਾ। ਉਚਾਰਨ ਹੈ ਮੇਹਰ, ਉਸ ਦਾ ਲਿਖਤ ਰੂਪ ਹੈ ਮੰਮੇ ਨੂੰ ਸਿਹਾਰੀ ਲਗਾ ਕੇ ਮੇਹਰ, ਲੇਕਿਨ ਉਚਾਰਨ ਕਰ ਰਹੇ ਹਾਂ ਮੇਹਰ। ਇसी ਤਰ੍ਹਾਂ ਸਿਹਤ ਲਿਖਿਆ ਹੈ ਸੱਸੇ ਨੂੰ ਸਿਹਾਰੀ ਲਗਾ ਕੇ, ਲੇਕਿਨ ਉਚਾਰਨ ਕਰ ਰਹੇ ਹਾਂ ਸਿਹਤ। ਮਿਹਨਤ ਲਿਖਿਆ ਹੈ ਲੇਕਿਨ ਉਚਾਰਨ ਕਰਾਂਗੇ ਮਿਹਨਤ। सेरा लिखा है लेकिन असी उच्चारण बोलचाल विच सेरा बोलने हाँ, सेरा नहीं बोलते हाँ। इसनूं गुरबानी विच समझते हाँ। मम्मे नूं सिहारी है मेहर करे जिस मेहरवान, लेकिन असी पढ़ना है मेहर करे जिस मेहरवान तां कारज आवे रास। मम्मे नूं सिहारी है लेकिन उसका उच्चारण ਲਾਂ ਦੀ ਤਰ੍ਹਾਂ ਹੋਏਗਾ। ਨਿਯਮ ਇਹ ਹੈ ਕਿ ਪਹਿਲੇ ਅੱਖਰ ਨੂੰ ਸਿਹਾਰੀ ਹੈ, ਦੂਜਾ ਅੱਖਰ ਹਾਹਾ ਹੈ, ਹਾਹਾ ਮੁਕਤਾ ਹੋਣਾ ਜ਼ਰੂਰੀ ਹੈ। ਜੇ ਹਾਹਾ ਮੁਕਤਾ ਨਹੀਂ ਹੈ, ਹਾਹਾ ਨੂੰ ਕੋਈ ਆਪਣੀ ਲਗ ਲੱਗੀ ਹੋਈ ਹੈ ਤੇ ਫਿਰ ਇਹ ਨਿਯਮ ਨਹੀਂ ਕੰਮ ਕਰੇਗਾ। ਪਹਿਲਾ ਅੱਖਰ ਨੂੰ ਸਿਹਾਰੀ ਹਾਹਾ ਮੁਕਤਾ, ਫਿਰ ਪਹਿਲੇ ਅੱਖਰ ਦੇ ਉੱਤੇ ਲਾਂ ਦੀ ਆਵਾਜ਼ ਆਏਗੀ। ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ। ਵਰਨਾ ਚੇਨਾ ਬਾਹਰਾ ਕੀਮਤ ਕਹਿ ਨਾ ਸਕਾਉ। ਚੇਨਾ ਚੱਚੇ ਨੂੰ ਸਿਹਾਰੀ ਹੈ, ਹਾਹਾ ਨੰਨੇ ਨੂੰ ਕੰਨਾ ਹੈ। ਚੱਚੇ ਦੀ ਸਿਹਾਰੀ ਲਾਂ ਦੀ ਆਵਾਜ਼ ਦੇ ਰਹੀ ਹੈ, ਚੇਨਾ ਹਾਹਾ ਮੁਕਤਾ ਹੈ। ਵਰਨਾ ਚੇਨਾ ਬਾਹਰਾ ਕੀਮਤ ਕਹਿ ਨਾ ਸਕਾਉ। ਕਹਿ ਦਾ ਨਿਯਮ ਅਸੀਂ ਅੱਗੇ ਕਰਨੇ ਆ। जीवा लिखा है, पढ़ना है जेवा रस नहीं कहा बूझे बिख का माता जग स्यों लूझे। जीवा है जज्जे ਨੂੰ ਸਿਹਾਰੀ ਦੇ ਨਾਲ ਲਿਖਿਆ ਹੋਇਆ ਹੈ, ਉਚਾਰਨ ਜੇਵਾ ਹੋਏਗਾ। जेवा रस नहीं कहा बूझे बिख का माता जग स्यों लूझे। ਇਹ ਪਹਿਲਾ ਨਿਯਮ ਸੀ ਹਾਏ ਦਾ। ਇਹ ਦੂਸਰਾ ਨਿਯਮ ਹੈ ਕਿ ਜੇ ਸ਼ਬਦ ਦੇ ਮੱਧ ਵਿੱਚ ਹਾਹਾ ਅੱਖਰ ਵਰਤਿਆ ਜਾਵੇ ਅਤੇ ਉਸ ਤੋਂ ਪਹਿਲੇ ਅੱਖਰ ਨਾਲ ਦੁਲਾਵਾਂ ਦੀ ਲੱਗਦੀ ਆਵਾਜ਼ ਦਾ ਉਚਾਰਨ ਹੋਵੇ। ਉਚਾਰਨ ਵਿੱਚ ਦੁਲਾਵਾਂ ਆ ਰਿਹਾ ਹੈ। ਲਿਖਤ ਰੂਪ ਵਿੱਚ ਪਹਿਲਾ ਅੱਖਰ ਮੁਕਤਾ ਹੋਵੇਗਾ। ਦੁਲਾਵਾਂ ਨਹੀਂ ਲਿਖਾਂਗੇ ਅਤੇ ਉਸ ਦੀ ਜਗ੍ਹਾ ਤੇ ਦੂਜੇ ਅੱਖਰ ਹਾਹਾ ਨਾਲ ਸਿਹਾਰੀ ਦੀ ਲਗ ਲਿਖੀ ਜਾਵੇਗੀ ਜਦੋਂ ਕਿ ਉਚਾਰਨ ਦੁਲਾਵਾਂ ਦਾ ਹੀ ਹੋਵੇਗਾ। ਉਚਾਰਨ ਹੈ ਸ਼ਹਿਰ, ਲੇਕਿਨ ਜਦ ਅਸੀਂ ਉਸਦਾ ਲਿਖਤ ਰੂਪ ਦੇਖਾਂਗੇ ਤੇ ਹਾਏ ਨੂੰ ਸਿਹਾਰੀ ਲੱਗ ਕੇ ਸ਼ਹਿਰ ਲਿਖਿਆ ਹੈ। पहिर लिखा है, पहर पढ़ते हाँ। गहना लिखा है, गहना पढ़ते हाँ, गहना लिखा होंदा है। रहना लिखा होंदा है, रहना पढ़ते हाँ। हाए दी जिहड़ी सिहारी है वो पहले अखर नूं दुलावां दी आवाज़ देंदी है। पहले नियम विच सी पहले अखर नूं सिहारी सी, हाहा मुक्ता सी ते वो लां दी आवाज़ दे रहा सी। हुण ए दूसरे वाले विच दूसरे नियम विच हाहे नूं सिहारी है, पहला अखर मुक्ता है पर उस मुक्ता अखर दे ऊपर दुलावां दी आवाज़ है। शहर वांग, पहर, गहना, रहना। आवे जावे नाम नहीं बूझे
ਇਕਨਾ ਗੁਰਮੁਖ ਸ਼ਬਦ ਪਛਾਤਾ ਹੈ। ਆਮ ਹੈ, ਹਾਏ ਨੂੰ ਸਿਹਾਰੀ ਹੈ, ਬੱਬਾ ਮੁਕਤਾ ਹੈ, ਲੇਕਿਨ ਆਮ ਹੈ ਪੜ ਰਹੇ ਹਾਂ, ਹਾਏ ਦੀ ਸਿਹਾਰੀ ਬੱਬੇ ਦੇ ਉੱਪਰ ਦੁਲਾਵਾਂ ਦੀ ਆਵਾਜ਼ ਦੇ ਰਹੀ ਹੈ। ਆਵੈ ਜਾਵੈ ਨਾਮ ਨਹੀਂ ਬੂਝੈ, ਬੂਝੈ ਵਿੱਚ ਵੀ ਹਾਏ ਨੂੰ ਸਿਹਾਰੀ ਹੈ, ਜਿਹੜੀ ਝੱਝੇ ਦੇ ਉੱਤੇ ਦੁਲਾਵਾਂ ਦੀ ਆਵਾਜ਼ ਦੇ ਰਹੀ ਹੈ। ਜਾਵੈ ਵਿੱਚ ਵੀ ਇਹੀ ਨਿਯਮ ਹੈ, ਸਿਹਾਰੀ ਦੁਲਾਵਾਂ ਦੀ ਆਵਾਜ਼ ਦੇ ਰਹੀ ਹੈ। ਆਵੈ ਜਾਵੈ ਨਾਮ ਨਹੀਂ ਬੂਝੈ, ਇਕਨਾ ਗੁਰਮੁਖ ਸ਼ਬਦ ਪਛਾਤਾ ਹੈ। ਇਹ ਤੀਸਰਾ ਨਿਯਮ ਦੇਖ ਰਹੇ ਹਾਂ। ਪਹਿਲੇ ਦੋ ਨਿਯਮ ਨੇ ਜਿਹੜੇ ਉਹ ਸਿਹਾਰੀ ਦੇ ਨੇ, ਹੁਣ ਅਗਲੇ ਦੋ ਨਿਯਮ ਜਿਹੜੇ ਨੇ ਇਹ ਔਂਕੜ ਦੇ ਨਿਯਮ ਨੇ। ਬਾਕੀ ਅੱਖਰ ਦਾ ਨਿਯਮ ਉਹੀ ਹੈ ਕਿ ਪਹਿਲਾ ਅੱਖਰ ਮੁਕਤਾ ਹੋਏਗਾ, दूसरा अखर हाहा होना जरूरी है। जिस शब्द विच दूजा अखर हाहा होवे ਅਤੇ ਪਹਿਲੇ ਅੱਖਰ ਨਾਲ ਹੋੜੇ ਦੀ ਲੱਗਦੀ ਆਵਾਜ਼ ਦਾ ਉਚਾਰਨ ਹੋਵੇ ਤਾਂ ਲਿਖਤ ਰੂਪ ਵਿੱਚ ਪਹਿਲੇ ਅੱਖਰ ਨਾਲ ਹੋੜਾ ਨਹੀਂ ਲਿਖਿਆ ਜਾਵੇਗਾ ਅਤੇ ਉਸ ਦੀ ਜਗ੍ਹਾ ਤੇ ਪਹਿਲੇ ਅੱਖਰ ਨਾਲ ਔਂਕੜ ਲਗਾ ਕੇ ਲਿਖਿਆ ਜਾਵੇਗਾ, ਜਦੋਂ ਕਿ ਉਚਾਰਨ ਪਹਿਲੇ ਅੱਖਰ ਨਾਲ ਹੋੜੇ ਦਾ ਹੀ ਹੋਵੇਗਾ। ਰਿਪੀਟ ਕਰ ਦਿੰਦੀ ਹਾਂ। ਜਿਸ ਸ਼ਬਦ ਵਿੱਚ ਦੂਜਾ ਅੱਖਰ ਹਾਹਾ ਹੋਵੇ ਅਤੇ ਪਹਿਲੇ ਅੱਖਰ ਨਾਲ ਹੋੜੇ ਦੀ ਲੱਗਦੀ ਆਵਾਜ਼ ਦਾ ਉਚਾਰਨ ਹੋਵੇ ਤਾਂ ਲਿਖਤ ਰੂਪ ਵਿੱਚ ਪਹਿਲੇ ਅੱਖਰ ਨਾਲ ਹੋੜਾ ਨਹੀਂ ਲਿਖਿਆ ਜਾਵੇਗਾ ਅਤੇ ਉਸ ਦੀ ਜਗ੍ਹਾ ਤੇ ਪਹਿਲੇ ਅੱਖਰ ਨਾਲ ਔਂਕੜ ਲਗਾ ਕੇ ਲਿਖਿਆ ਜਾਵੇਗਾ, ਜਦੋਂ ਕਿ ਉਚਾਰਨ ਪਹਿਲੇ ਅੱਖਰ ਨਾਲ ਹੋੜੇ ਦਾ ਹੀ ਹੋਵੇਗਾ। ਐਗਜ਼ਾਮਪਲਸ ਦੇਖਦੇ ਹਾਂ। ਸੋਨਾ, ਮੋਹਰਾ, ਦੋਹਰੇ, ਮੋਹਰਲਾ। ਅਸੀਂ ਸਾਰਿਆਂ ਨੂੰ ਹੋੜੇ ਦੀ ਆਵਾਜ਼ ਨਾਲ ਉਚਾਰਨ ਕੀਤਾ ਹੈ, ਪਰ ਸਾਰੇ ਅੱਖਰ ਪਹਿਲੇ ਅੱਖਰ ਨੂੰ ਔਂਕੜ ਲਗਾ ਕੇ ਲਿਖੇ ਹੋਏ ਹਨ। ਸੱਸੇ ਨੂੰ ਔਂਕੜ ਹੈ ਸੋਨਾ, ਮੰਮੇ ਨੂੰ ਔਂਕੜ ਹੈ ਮੋਹਰਾ, ਦੱਦੇ ਨੂੰ ਔਂਕੜ ਹੈ ਦੋਹਰਾ, ਮੰਮੇ ਨੂੰ ਔਂਕੜ ਹੈ ਮੋਹਰਲਾ। ਲਿਖੇ ਹੋਏ ਸਾਰੇ ਔਂਕੜ ਨਾਲ ਨੇ, ਉਚਾਰਨ ਅਸੀਂ ਕਰ ਰਹੇ ਹਾਂ ਹੋੜੇ ਦੇ ਨਾਲ। ਗੁਰਬਾਣੀ ਵਿੱਚੋਂ ਦੇਖਦੇ ਹਾਂ। ਗਾਵੈ ਤੋਨੋ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵੇਂ ਦਾ ਨਿਯਮ ਅਸੀਂ ਪਹਿਲੇ ਕਰਕੇ ਆਏ ਹਾਂ। ਸਿਹਾਰੀ ਦਾ ਨਿਯਮ ਹੈ ਜਿਹੜਾ ਕਿ ਬੱਬੇ ਦੇ ਉੱਤੇ ਲੱਗ ਰਹੀ ਹੈ ਦੁਲਾਵਾਂ ਦੀ ਤਰ੍ਹਾਂ, ਤੇ ਗਾਵੇਂ। ਹੁਣ ਅਸੀਂ ਇੱਥੇ ਜੋ ਦੇਖਣਾ ਹੈ ਔਂਕੜ ਦਾ ਨਿਯਮ ਦੇਖਣਾ ਹੈ। ਤੁਹਨੋ ਤੱਤੇ ਨੂੰ ਔਂਕੜ ਲੱਗੀ ਹੈ, ਲੇਕਿਨ ਅਸੀਂ ਸਹੀ ਸ਼ੁੱਧ ਉਚਾਰਨ ਇਸਦਾ ਹੋਏਗਾ ਤੋਹਨੋ। ਗਾਵੇਂ ਤੋਹਨੋ ਪੌਣ ਪਾਣੀ ਬੈਸੰਤਰ, ਗਾਵੇਂ ਰਾਜਾ ਧਰਮ ਦੁਆਰੇ। ਇੱਥੇ ਵੀ ਔਂਕੜ ਦਾ ਨਿਯਮ ਦੇਖਣਾ ਹੈ ਕਿ ਪਹਿਲੇ ਅੱਖਰ ਨੂੰ ਔਂਕੜ ਹੈ, ਦੱਦੇ ਨੂੰ ਔਂਕੜ ਹੈ, ਹਾਹਾ ਮੁਕਤਾ ਹੈ ਤੇ ਦੂ ਹੋਏਗਾ, ਲੇਕਿਨ ਅਸੀਂ ਪੜਾਂਗੇ ਦੋ। ਦੋਹੋਂ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ। ਦੱਦੇ ਦੀ ਔਂਕੜ ਹੋੜੇ ਦੀ ਆਵਾਜ਼ ਦੇ ਰਹੀ ਹੈ ਦੋਹੋਂ, ਦੋਹਾਂ ਫਿਰ ਹਾਏ ਨੂੰ ਦੁਲਾਵਾ है और टिप्पी भी है, तो फिर दोहों ते रहत भगत है कोई बिरला जाना। दोहों ते रहत भगत है कोई बिरला जाना। चौथा नियम है, यह भी औंकड़ का नियम है। जिस शब्द विच हाए तो पहले अखर नाल कनौड़े दी लगदी आवाज का उचारण होवे ਤਾਂ ਲਿਖਤ ਰੂਪ ਵਿੱਚ ਪਹਿਲੇ ਅੱਖਰ ਨਾਲ ਕਨੌੜਾ ਨਹੀਂ ਲਿਖਿਆ ਜਾਵੇਗਾ, ਬਲਕਿ ਉਸ ਦੀ ਜਗ੍ਹਾ ਤੇ ਹਾਹਾ ਅੱਖਰ ਨਾਲ ਔਂਕੜ ਲਿਖਾਂਗੇ, ਜਦੋਂ ਕਿ ਉਚਾਰਨ ਪਹਿਲੇ ਅੱਖਰ ਨਾਲ ਕਨੌੜੇ ਦਾ ਹੀ ਹੋਵੇਗਾ। ਰਿਪੀਟ ਕਰ ਰਹੀ ਹਾਂ। ਜਿਸ ਸ਼ਬਦ ਵਿੱਚ ਹਾਹਾ ਤੋਂ ਪਹਿਲੇ ਅੱਖਰ ਨਾਲ ਕਨੌੜੇ ਦੀ ਲੱਗਦੀ ਆਵਾਜ਼ ਦਾ ਉਚਾਰਨ ਹੋਵੇ ਤਾਂ ਲਿਖਤ ਰੂਪ ਵਿੱਚ ਪਹਿਲੇ ਅੱਖਰ ਨਾਲ ਕਨੌੜਾ ਨਹੀਂ ਲਿਖਿਆ ਜਾਏਗਾ, ਬਲਕਿ ਉਸ ਦੀ ਜਗ੍ਹਾ ਤੇ ਹਾਹਾ ਅੱਖਰ ਨਾਲ
ਔਂਕੜ ਲਿਖਾਂਗੇ ਜਦੋਂ ਕਿ ਉਚਾਰਨ ਪਹਿਲੇ ਅੱਖਰ ਨਾਲ ਕਨੌੜੇ ਦਾ ਹੀ ਹੋਵੇਗਾ। एग्जाम्पल्स देखते हैं। बहुत, सौरा, नौ, बौ। ਅਸੀਂ ਉਚਾਰਨ ਇਸ ਤਰ੍ਹਾਂ ਕਰ ਰਹੇ ਹਾਂ, ਲੇਕਿਨ ਲਿਖਤ ਰੂਪ ਸਾਨੂੰ ਇਸ ਦਾ ਮਿਲੇਗਾ ਹਾਏ ਨੂੰ ਔਂਕੜ ਬਹੁਤ, ਸੌਰਾ, ਨੌ, ਬਹੁਵਚਨ। ਹਾਏ ਨੂੰ ਔਂਕੜ ਹੈ ਪਹਿਲੇ ਅੱਖਰ ਦੇ ਉੱਤੇ, ਉਹ ਔ ਦੀ ਆਵਾਜ਼ ਦੇ ਰਹੀ ਹੈ ਬਹੁਤ। ਸੌਰਾ ਵਿੱਚ ਵੀ ਹਾਏ ਨੂੰ ਔਂਕੜ ਹੈ, ਸੋਹਰਾ ਪੜ੍ਹ ਰਹੇ ਹਾਂ। ਨੌ ਵਿੱਚ ਵੀ ਹਾਏ ਨੂੰ ਔਂਕੜ ਹੈ, ਨੌ ਪੜ੍ਹਦੇ ਪਏ ਹਾਂ। ਬਹੁਵਚਨ ਵਿੱਚ ਵੀ ਹਾਏ ਨੂੰ ਔਂਕੜ ਹੈ, ਲੇਕਿਨ ਬਹੁਵਚਨ ਪੜ੍ਹਦੇ ਪਏ ਹਾਂ। ਗੁਰਬਾਣੀ ਵਿੱਚੋਂ ਦੀ ਦੇਖਦੇ ਹਾਂ ਐਗਜ਼ਾਮਪਲ। ਬਹੁਤ ਤੋਂ ਬਹੁਤ ਵਖਾਣੀਏ ਹੈ, ਔਂਕੜ ਲੱਗੀ ਹੋਈ ਹੈ, ਪਰ ਅਸੀਂ ਉਚਾਰਨ ਕਰਨਾ ਹੈ ਬਹੁਤ ਤੋਂ ਬਹੁਤ ਵਖਾਣੀਏ ऊंचो ऊंचा थाओ। मन रे थिर रहो मत कत चाही जियो। रारा हाय ਨੂੰ ਔਂਕੜ, ਹਾਏ ਦੀ ਔਂਕੜ ਰਾਰੇ ਦੇ ਉੱਤੇ ਰੋ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਓ। ਇੱਕ ਹੋਰ ਨਿਯਮ ਹੈ ਹਾਏ ਦਾ। ਉਹ ਚਾਰ ਜਿਹੜੇ ਨਿਯਮ ਸੀ ਉਹ ਔਂਕੜ ਹੋਰ ਸਿਆਰੀ ਦੇ ਨਿਯਮ ਨੇ, ਜਿਨ੍ਹਾਂ ਵਿੱਚ ਹਾਹਾ ਮੁਕਤਾ ਜਾਂ ਹਾਹਾ ਨੂੰ ਲੱਗ ਹੋਏਗੀ, ਪਹਿਲੇ ਅਕਸ਼ਰ ਤੇ ਲੱਗ ਹੋਏਗੀ ਤੇ ਹਾਹਾ ਮੁਕਤਾ ਹੋਏਗਾ। ਜੇ ਹਾਹੇ ਤੇ ਲੱਗ ਹੈ ਤੇ ਪਹਿਲਾ ਅਕਸ਼ਰ ਮੁਕਤਾ ਹੋਏਗਾ। ਦੋ ਨਿਯਮ ਸਿਆਰੀ ਦੇ ਸੀ, ਦੋ ਨਿਯਮ ਔਂਕੜ ਦੇ ਸੀ। ਹੁਣ ਇਹ ਜਿਹੜਾ ਨਿਯਮ ਹੈ, ਇਹ ਪੰਜਵਾਂ ਨਿਯਮ ਹੈ। ਹਾਹਾ ਅੱਖਰ ਜਦੋਂ ਕਿਸੇ ਫਾਰਸੀ ਦੇ ਸ਼ਬਦ ਦੇ ਅਖੀਰ ਵਿੱਚ ਆਉਂਦਾ ਹੈ ਤਾਂ ਆਪਣੇ ਤੋਂ ਪਹਿਲੇ ਅੱਖਰ ਨੂੰ ਕੰਨੇ ਦੀ ਆਵਾਜ਼ ਦਿੰਦਾ ਹੈ ਅਤੇ ਨਾਲ ਹੀ ਆਪਣੀ ਵੀ ਥੋੜੀ ਜਿਹੀ ਆਵਾਜ਼ ਕਾਇਮ ਰੱਖਦਾ ਹੈ। ਜਿਵੇਂ एग्जाम्पल्स देखते हैं। बब्बा टिप्पी है, दद्दा हाहा। दद्दे दे अगे हाहा है, हाहा करने की आवाज दे रहा है, आ दी आवाज। बंदा पर करना लगेगा, लेकिन जेड़ा हाहा है वो अपनी हल्की जी आवाज भी कायम रखेगा। बंदा, फरिश्ता, तत्या हाहा है, तत्ते नू करना लग जाएगा फरिश्ता, पर हाहा की आवाज भी कायम रहनी है, इस वास्ते फरिश्ता। हामा, हाहा मम्मा हाहा, तो फिर उत्थे मम्मे नू करना लग गया है हमा, थले हाहा अद्धा उच्चारण होएगा, हल्का उच्चारण होएगा हमा। अल्लाह, दरगाह, पना, इस तरह। लग रहा है क्लियर हो गया होगा। वैसे सारे ਜਿਹੜੇ ਸਾਡੇ ਸਾਥੀ ਨੇ ਸਭ ਵੱਡੇ ਨੇ, ਮੈਂ ਬੱਚਿਆਂ ਨੂੰ ਪੜ੍ਹਾਉਂਦੀ ਹਾਂ, ਬੱਚਿਆਂ ਦੇ ਹਿਸਾਬ ਨਾਲ ਤਿਆਰ ਕੀਤਾ ਹੋਇਆ। ਅੱਲਾ ਅਵਲ ਦੀਨ ਕੋ ਸਾਹਿਬ ਜ਼ੋਰ ਨਹੀਂ ਫਰਮਾਵੇ। ਅੱਲਾ ਲੱਲਾ ਹਾ ਲਿਖਿਆ ਹੈ, ਲੇਕਿਨ ਅਸੀਂ ਲੱਲੇ ਨੂੰ ਕੰਨਾ ਲਗਾ ਕੇ ਥੱਲੇ ਹਲਕਾ ਜਿਹਾ ਹਾ ਲਗਾ ਕੇ ਅੱਲਾ ਪੜ੍ਹਨਾ ਹੈ। ਅੱਲਾ ਅਵਲ ਦੀਨ ਕੋ ਸਾਹਿਬ ਜ਼ੋਰ ਨਹੀਂ ਫਰਮਾਵੇ। ਇੱਥੇ ਜੱਜੇ ਪੈਰੀ ਬਿੰਦੀ ਵੀ ਲੱਗ ਰਹੀ ਹੈ। ਮਨਮੁਖ ਕਰਮ ਕਮਾਵਨੇ ਦਰਗਾਹ ਮਿਲੇ ਸਜਾਏ। ਇੱਥੇ ਦਰਗਾਹ ਸ਼ਬਦ ਦੇ ਵਾਸਤੇ ਹੈ ਕਿ ਜ਼ਿਆਦਾ ਕਰਕੇ ਦਰਗਾਹ ਸ਼ਬਦ ਨੂੰ ਦਰਗਾਹ ਹੀ ਪੜ੍ਹ ਕੇ ਜਾਂਦੇ ਨੇ। ਅੱਲਾ ਵੀ ਅੱਲਾ ਪੜ੍ਹਦੇ ਨੇ ਕਈ ਵਾਰੀ, ਪਰ ਉੱਥੇ ਅੱਲਾ ਪੜ੍ਹਨਾ ਚਾਹੀਦਾ ਵੇ, ਕਿਉਂਕਿ ਇਹ ਫਾਰਸੀ ਦੇ ਨਿਯਮ ਦੇ ਮੁਤਾਬਿਕ ਗੱਲ ਕਰ ਰਹੇ ਹਾਂ ਕਿ ਉੱਥੇ ਹਾ ਜਿਹੜਾ ਹੈ ਉਹ ਕੰਨੇ ਦੀ ਆਵਾਜ਼ ਦਿੰਦਾ ਹੈ, ਨਾਲ ਆਪਣੀ ਆਵਾਜ਼ ਵੀ ਕਾਇਮ ਰੱਖਦਾ ਹੈ। ਹਾ ਮਨਮੁਖ ਕਰਮ ਕਮਾਵਨੇ ਦਰਗਾਹ ਮਿਲੇ ਸਜਾਏ। ਕਦੀ ਵੀ ਉਸਨੂੰ ਦਰਗਾਹ ਨਹੀਂ ਪੜ੍ਹਨਾ ਹੈ। ਜੇ ਸਿਆਰੀ ਨਾਲ ਆ ਰਿਹਾ ਤਾਂ ਵੀ ਨਹੀਂ ਪੜ੍ਹਨਾ ਹੈ, ਤਾਂ ਵੀ ਦਰਗਾਹ ਹੀ ਪੜ੍ਹਨਾ ਹੈ। ਅਸੀਂ ਬੋਲਚਾਲ ਵਿੱਚ ਵੀ ਦੇਖਦੇ ਹਾਂ ਕਿ ਕਿਤੇ ਬੋਲੀਏ ਤੇ
किसी दरगाह रोड बोलांगे या किसी दरगाह दी किसी पीर दी दरगाह ते जाना है, दरगाह वर्ड यूज गलत है, वो नहीं उच्चारण किया जाना चाहिए। तेरी पना खुदाए तू बख्शंदगी, पप्पा नन्ना हा है ते नन्ने नू करना लग जाएगा और हा भी अपनी आवाज कायम रखेगा। तेरी पना खुदाए तू बख्शंदगी। जी, एक और नियम है वीर जी, टाइम है तो ये दा नियम भी करा दा। हाँ जी कराओ जी। ਪੰਜਾਬੀ ਬੋਲੀ ਅਤੇ ਗੁਰਬਾਣੀ ਵਿੱਚ ਯੇ ਅੱਖਰ ਦੇ ਲਿਖਤੀ ਰੂਪ ਅਤੇ ਉਚਾਰਨ, ਉਹਦਾ ਉਚਾਰਨ ਰੂਪ ਅਤੇ ਲਿਖਤੀ ਰੂਪ ਅਸੀਂ ਦੇਖਾਂਗੇ। ਹਾਹਾ ਅਤੇ ਯਈਆ ਇਹ ਦੋਵੇਂ ਅੱਖਰ ਸਵਰ ਅਤੇ ਵਿਅੰਜਨ ਦੋਵੇਂ ਰੂਪਾਂ ਵਿੱਚ ਵਰਤੇ ਜਾਂਦੇ ਹਨ। ਇਸ ਕਰਕੇ ਇਹਨਾਂ ਦੋਵੇਂ ਅੱਖਰਾਂ ਨੂੰ ਵਿਅੰਜਨ ਹੋਣ ਦੇ ਬਾਵਜੂਦ ਅਰਧ ਸਵਰ ਵੀ ਕਿਹਾ ਜਾਂਦਾ ਹੈ। ਜਦੋਂ ਇਹ ਯਈਆ ਸਵਰ ਰੂਪ ਵਿੱਚ ਆਉਂਦਾ ਹੈ ਤਾਂ ਇਸ ਦਾ ਉਚਾਰਨ ਲਿਖਤੀ ਰੂਪ ਨਾਲੋਂ ਵੱਖਰਾ ਹੁੰਦਾ ਹੈ, ਪਰ ਜਦੋਂ ਇਹ ਵਿਅੰਜਨ ਰੂਪ ਵਿੱਚ ਆਉਂਦਾ ਹੈ ਤਾਂ ਇਸ ਦੀ ਆਪਣੀ ਮੂਲ ਆਵਾਜ਼ ਕਾਇਮ ਰਹਿੰਦੀ ਹੈ। ਵਿਅੰਜਨ ਰੂਪ ਵਿੱਚ ਯਈਆ ਅੱਖਰ ਦਾ ਲਿਖਤੀ ਰੂਪ ਅਤੇ ਉਚਾਰਨ ਇੱਕੋ ਜਿਹਾ ਹੁੰਦਾ ਹੈ। व्यंजन रूप जब आता है तो जिस तरह लिखा होता है उस तरह ही इसका उच्चारण होता है। यह, यार, योजक, यक, याद, यक्का। लेकिन जब स्वर रूप में आता है तो इसके कुछ नियम के मुताबिक इसका उच्चारण करना पैंदा है। ਜਦੋਂ ਯਈਆ ਕਿਸੇ ਮੁਕਤਾ ਅੱਖਰ ਦੇ ਪਿੱਛੇ ਆਉਂਦਾ ਹੈ ਤਾਂ ਇਹ ਦੁਲਾਵਾਂ ਦੀ ਆਵਾਜ਼ ਦਿੰਦਾ ਹੈ। ਮੁਕਤਾ ਅੱਖਰ ਦੇ ਪਿੱਛੇ ਆਉਂਦਾ ਹੈ ਤਾਂ ਇਹ ਦੁਲਾਵਾਂ ਦੀ ਆਵਾਜ਼ ਦਿੰਦਾ ਹੈ। ਜਦੋਂ ਯਈਆ ਕਿਸੇ ਸਿਹਾਰੀ ਜਾਂ ਬਿਹਾਰੀ ਵਾਲੇ ਅੱਖਰ ਦੇ ਪਿੱਛੇ ਆਉਂਦਾ ਹੈ ਤਾਂ ਇਸ ਦਾ ਉਚਾਰਨ ਐੜੇ ਦੀ ਆਵਾਜ਼ ਵਿੱਚ ਕੀਤਾ ਜਾਂਦਾ ਹੈ। जब सिहारी या बिहारी वाले दे अखर दे नाल आंदा है तां इसका उच्चारण एड़े दी आवाज विच कीता जांदा है। और जब मैं पहला दस्या है कि मुक्ता अखर दे पिछे आंदा है तां दुलावां दी आवाज दिंदा है और जब सियारी और बिहारी दे नाल आंदा है तां एड़े दी आवाज अ दी आवाज दिंदा है। जदों यईया किसी शब्द दे मुड़ विच ना आके विचकार जां अंत आदि स्थान ते आए तां आम तौर ते इसदा ई आ दा उच्चारण होंदा है। एग्जाम्पल विच देखांगे तो होर क्लियर हो जाएगी गल। जदों मुड़ विच ना आके विचकार जां अंत विच आउंदा है तां ਉਹ ई प्लस आ ई आ दी उच्चारण दिंदा है। ਉਹਦਾ ਉਚਾਰਨ ई आ हो ਜਾਂਦਾ ਹੈ। ਅਤੇ ਜਦੋਂ ਯਈਏ ਤੋਂ ਪਹਿਲਾਂ ਅੱਧਕ ਲੱਗੀ ਹੋਵੇ ਤਾਂ ਅੱਧਕ ਦਾ ਉਚਾਰਨ ਆਉਂਦਾ ਹੋਵੇ ਤਾਂ ਇਸ ਦਾ ਉਚਾਰਨ ਈ ਦੀ ਆਵਾਜ਼ ਨਾਲ ਹੁੰਦਾ ਹੈ। ਜਦ ਅੱਧਕ ਲਿਖੀ ਹੋਏਗੀ ਤੇ ਉਹਦਾ ਉਚਾਰਨ ਈ ਹਾਰ ਹੋ ਜਾਂਦਾ ਹੈ। ਅਤੇ ਯਈਆ ਤੋਂ ਬਾਅਦ ਲੱਗੀ ਜਿਹੜੀ ਮਾਤਰਾ ਹੈ ਕੰਨਾ, ਸਿਆਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਤੁਲਾਵਾਂ, ਹੋੜਾ, ਕਨੌੜਾ ਆਦਿ ਜਿਹੜੀ ਵੀ ਲਗ ਲੱਗੀ ਹੋਏਗੀ ਉਸ ਲੱਗੀ ਹੋਈ ਲਗ ਅਨੁਸਾਰ ਆ, ਈ, ਊ, ਏ, ਐ, ਓ, ਔ ਦੀ ਆਵਾਜ਼ ਦਿੰਦੀ ਹੈ। ਲਗ ਜਿਹੜੀ ਆਵਾਜ਼ ਦੇ ਰਹੀ ਹੈ ਉਹ ਵਾਲੀ ਆਵਾਜ਼ ਦੇਗਾ। ਹੋਰ ਅੱਗੇ ਐਗਜ਼ਾਮਪਲ ਵਿੱਚ ਦੇਖਦੇ ਹਾਂ। ਯਈਆ ਜੇਕਰ ਪੈਰੀ ਯਈਆ ਦੇ ਰੂਪ ਵਿੱਚ ਹੋਵੇ ਅਤੇ ਇਸ ਦੇ ਉੱਪਰ ਵਾਲੇ ਅੱਖਰ ਨੂੰ ਮੁਕਤਾ ਜਾਂ ਜੋ ਵੀ ਲਗ ਲੱਗੀ ਹੋਵੇ ਤਾਂ ਉੱਪਰ ਵਾਲੇ ਅੱਖਰ ਨੂੰ ਸਿਹਾਰੀ ਲਗਾ ਕੇ ਇਸ ਤੋਂ ਬਾਅਦ ਐੜਾ ਅੱਖਰ ਨਾਲ ਉਚਾਰਨ ਕੀਤਾ ਜਾਂਦਾ ਹੈ। ਜੇ ਪੈਰੀ ਆ ਰਿਹਾ ਵੇ
ਤੇ ਤਾਂ ਉਸ ਦਾ ਨਿਯਮ ਵੱਖਰਾ ਹੈ। ਹੁਣ ਇੱਥੇ ਅਸੀਂ ਲਿਖਤ ਰੂਪ ਦੇਖ ਰਹੇ ਹਾਂ। ਕਲ, ਕੱਕਾ ਲੱਲਾ ਯਈਆ, ਅੱਧਾ ਯਈਆ ਆਇਆ ਹੈ ਤੇ ਉਚਾਰਨ ਕल्य। ਲਭਯਤੇ, ਲਭਯਤੇ ਭੱਬਾ ਹੈ, ਭੱਬੇ ਨੂੰ ਤੇ ਥੱਲੇ ਯਈਆ ਹੈ ਲਭਯਤੇ। ਪਹਿਲੇ ਸਿਹਾਰੀ ਲੱਗ ਰਹੀ ਹੈ ਔਰ ਉਸ ਤੋਂ ਬਾਅਦ ਭੱਬਾ ਜਿਹੜਾ ਹੈ, ਯਈਆ ਜਿਹੜਾ ਹੈ ਉਹ ਐੜੇ ਦੀ ਆਵਾਜ਼ ਦੇ ਰਿਹਾ ਹੈ। ਰੱਖਿਆ, ਖੱਖੇ ਨੂੰ ਕੰਨਾ ਹੈ ਤੇ ਕੰਨਾ ਜਿਹੜਾ ਹੈ ਉਹ ਕਾਇਮ ਰਹੇਗਾ, ਲੇਕਿਨ ਖੱਖਾ ਜਿਹੜਾ ਹੈ ਯਈਆ ਜਿਹੜਾ ਹੈ ਉਸਦਾ ਉਚਾਰਨ ਐੜਾ ਹੋ ਜਾਏਗਾ। ਰੱਖਿਆ, ਯਈਏ ਨੂੰ ਕੰਨਾ ਲੱਗਿਆ ਹੈ, ਜਿਹੜੇ ਅਸੀਂ ਨਿਯਮ ਪਹਿਲੇ ਕਰਕੇ ਆਇਆ ਰਾਰਾ ਬੱਬਾ ਹੋਰ ਹਾਹਾ ਦੇ, ਉਸੇ ਨਿਯਮ ਦੇ ਮੁਤਾबिक ਯਈਆ ਜਿਹੜਾ ਹੈ ਉਹ ਵਾਲੀ ਆਵਾਜ਼ ਲਏਗਾ ਜਿਹੜੀ ਉੱਪਰ ਦੇ ਅੱਖਰ ਨੂੰ ਹੈ, ਲੇਕਿਨ ਯਈਏ ਦੀ ਆਪਣੀ ਆਵਾਜ਼ ਐੜਾ ਹੋ ਜਾਏਗੀ। ਰੱਖਿਆ, ਅੰਧਿਆਰ, ਦੁਖਯੰ, ਮਿਥਯੰ, लिखित रूप है जस, यैया थल्ले है जस्य, छेद्यते, छेद्यते, यैये दी ਜਿਹੜੀ आवाज है वो ऐड़ा हो गई है और दद्दे ਨੂੰ ਸਿਹਾਰੀ ਲੱਗ ਗਈ है। ज्ञान, ਗੱਗੇ ਨੂੰ ਸਿਹਾਰੀ ਲੱਗ ਗਈ है। ਯਈਆ ਜਿਹੜਾ ਹੈ ਉਹ ਐੜੇ ਵਿੱਚ ਤਬਦੀਲ ਹੋ ਗਿਆ ਹੈ ਔਰ ਗੱਗੇ ਦਾ ਕੰਨਾ ਜਿਹੜਾ ਵੇ ਉਹ ਐੜੇ ਨੂੰ ਲੱਗਿਆ ਹੈ ਤੇ ਗਿਆਨ। ਰੰਗਿਓ, रंग्यो, हत्यंग, अत्यंत, लक्ष्य, लक्ष्या, लक्ष्या, व्यापत, लाग्यो, खाद्यंग, अतिथ्य। ਇੱਥੇ ਤੱਤਾ ਯਈਆ ਯਈਏ ਨੂੰ ਲੱਗ ਨਹੀਂ ਸੀ ਤੇ ਤੱਤਾ ਹੋਰ ਤੱਤੇ ਨੂੰ ਸਿਹਾਰੀ ਲੱਗੀ ਹੈ ਹੋਰ ਐੜਾ ਜਿਹੜਾ ਹੈ ਯਈਆ ਐੜੇ ਦੀ ਆਵਾਜ਼ ਦੇ ਰਿਹਾ ਹੈ। ਅਤਿਥਯ, ਵੀਰ ਜੀ ਕਲੀਅਰ ਹੈ? ਹਾਂਜੀ ਠੀਕ ਹੈ। ਤੇ ਇੱਕ ਓੰਕਾਰ सतनाम करता पुरख निर्भव निर्वैर अकाल मूरत अजूनी सैभंग गुर प्रसाद। इतने सब तो पहले है कि सत होर नाम नू इकट्ठा नहीं पढ़ना है। सत होर नाम दे विच जंकी विश्राम छोटा विश्राम दे के पढ़ना है, क्योंकि ये दोनों अलग अलग हैं। जे असी विश्राम नहीं देंगे तो फिर जिहड़ी तत्ते दी सिहारी है वो लाहर उचारण होंदी है, इसलिए उसनू हल्का पॉज देना जरूरी है। एक ओंकार सतनाम करता पुरख निर्भव निर्वैर अकाल मूरत अजूनी सैभंग गुर प्रसाद। जब बानी का नाम है आद सच जुगाद सच है भी सच नानक होसी भी सच। जब तो बाद जब आद सच जुगाद पढ़ते हैं वो गलत होता है। जब बानी का नाम है आद सच जुगाद सच पढ़ना चाहिए है। जब पॉज दे के फिर आद सच जुगाद सच है भी सच नानक, नानक कक्का मुक्ता है तो उस तो बाद पॉज देना है। नानक होसी भी सच सोचै सोच न होवई। जे सोची सोची बिंदी आएगी, जे सोची लखवार बिंदी आ रही है, क्योंकि मैं बिंदी दे टाइम ते नाल दस्या सी कि बिंदी जिथे आंदी है एक ते अपने वास्ते बिंदी आंदी है, दूसरी जिथे प्लूरल होंदा है उत्थे बिंदी आंदी है। ते इत्थे जे सोची लखवार सोची ते बिंदी आ रही है क्योंकि इत्थे प्लूरल हो रही है। सोची लखवार अगे आ रहा है, एक तो ज़्यादा प्लूरल की गल है। चुप्पे चुप ना हो वही जे लाए रहा लिवतार।
ਰਹਾਂ ਦੇ ਉੱਤੇ ਬਿੰਦੀ ਆ ਰਹੀ ਹੈ। ਜੇ ਲਾਏ ਰਹਾਂ, ਰਹਾਂ ਤੇ ਬਿੰਦੀ ਆਏਗੀ। ਲਿਵਤਾਰ, ਭੁੱਖਿਆਂ ਤੇ ਬਿੰਦੀ ਆਏਗੀ। ਭੁੱਖਿਆਂ, ਭੁੱਖ ਨਾ ਉਤਰੀ, ਪਲੂਰਲ ਹੋ ਰਹੇ ਹਨ, ਇਸ ਵਾਸਤੇ ਇਹਨਾਂ ਤੇ ਬਿੰਦੀ ਆ ਰਹੀ ਹੈ। ਜੇ ਬੰਨਾ ਪੁਰੀਆਂ ਭਾਰ, ਹੁਣ ਬੰਨਾ ਲਿਖਿਆ ਹੈ ਲੇਕਿਨ इसਨੂੰ ਭਾਰਾ करके बनना करके पढ़ना है और ऊपर बिंदी भी आएगी। जे बनना पुरियां, बिंदी आएगी, पुरियां पार, प्लूरल हो रहे हैं। सहज सियाणपा लख हो है ਤਾਂ ਇੱਕ ਨਾ ਚੱਲੇ ਨਾਲ, ਸਿਆਣਪਾਂ ਦੇ ਉੱਤੇ ਬਿੰਦੀ ਆਏਗੀ ਕਿਉਂਕਿ ਉਸ ਤੋਂ ਪਹਿਲੇ ਸਹਿਸ ਆ ਰਿਹਾ ਹੈ, ਪਲੂਰਲ ਹੋ ਰਿਹਾ ਹੈ। ਸਹਿਜ ਸਿਆਣਪਾਂ ਲੱਖ ਹੋ ਹੈ, ਬਿੰਦੀ ਆਏਗੀ, ਪਲੂਰਲ ਹੋ ਰਿਹਾ ਹੈ। ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। हुक्म, रजाई लिखा है लेकिन जज्जे पैरी बिंदी लगा के रजाई पढ़ना है, फारसी का वर्ड है। रजाई पढ़ांगे तो उत्ते लैन वाली हो जाएगी, तो जो बिंदी लगावांगे तो रजा हो जाएगा। हुक्म रजाई चलना, नानक लिखिया नाल। हुक्मी होवन आकार, इत्थे आकार नहीं पढ़ना है, आकार पढ़ना है। हुक्म ना कहा जाई, इत्थे हाय दा नियम आ रहा वे, कक्के दे उत्ते दुलावा लगा के कहा पढ़ांगे। हुक्म ना कहा जाई, हुक्मी होवन जी, हुक्म मिले वडियाई। हुक्मी उत्तम नीच, हुक्म लिख दुख सुख पाइए, पाइए तो बिंदी आएगी। हुक्म लिख दुख सुख पाइए, प्लूरल हो रहा है। एक ना हुक्मी बख्शीश लिखा है, बख्शीश पढ़ना है। एक ना हुक्मी बख्शीश, एक हुक्मी सदा पवाइए, पवाइए तो बिंदी आएगी। एक सियारी ना लाया वे, सियारी ना लाएगा तो है प्लूरल होंदा है। तो एक हुक्मी सदा पवाइए, हुक्म अंदर सबको, बाहर हुक्म ना कोय। नानक, पॉज आएगा, कक्का मुक्ता है, संबोधन रूप विच है। नानक हुक्म जे बुझे, ता हौमै कहे ना कोय। गावे को तान, होवे किसे तान। गावे को दात जाने निशान, गावे को गुण वडियाइयां चार। गावे को विद्या विखम विचार, इसको विचार नहीं पढ़ना है, वड्डी है सियारी बिहारी लगी है तो विचार पढ़ना है। विद्या नू सियारी है, विखम नू भी सियारी है लेकिन विचार नू बिहारी लगी है तो विचार लमका के पढ़ना है। विद्या विखम विचार। गावे को साज करे तन खे, गावे को जी ले फिर दे। गावे को जापे दिसे दूर, गावे को वेखे हादरा हदूर। कथ ना कथी न आवे तोट, कथ कथ कथी कोटि कोट कोट। कथ कथ कथी, कोटि बिंदी आएगा, कोटि कोट कोट। देंदा दे, बिंदी आएगा आएगी, देंदा दे। लैंदे थक पाहे, जुगा जुगंतर खाही खाहे। सब प्लूरल हो रहे हैं, इस वास्ते बिंदी आ रही है। हुक्मी हुक्म चलाए राह, नानक विगसे वे परवाह। साचा साहिब साच नाय, पाखियां पाओ अपार। आखें मंगे दे दे, दात करे दातार। फेर के अगे रखिए, जित दिसे दरबार। मुँहों के बोलन बोलिए, जित सुन तरे प्यार। अमृत वेला सच नाओ, वडियाई विचार। कर्मी आवे कपड़ा, नदरी मोख द्वार।
नानक ए वै पढ़ना है इत्थे, ए वै पढ़ना है, पहले ला उचारनी है, ज़्यादा करके बोलन विच पहले दुलावां उचार दिंदे हां ते इत्थे दुलावां बाद विचों है, ईड़ी नूं ला है ते ए वै पढ़ना है, नाल बिंदी भी आएगी। नानक एवं जानिए सब आपे सचियार, थाप्या न जाए कीता न होए, आपे आप निरंजन सोए, जिन सेव्या तिन पाया मान, नानक गाविय गुणी निधान। गाविय सुनिय मन रखिए पाओ, दुख पर हर सुख कर ले जाए, गुरमुख नादंग, इतने टिप्पी है, अंग और उच्चारण हो रही है, गुरमुख नादंग, गुरमुख वेदंग, गुरमुख रहा समाई, इतने नियम है, रारा हाए दी सियारी है ਜਿਹੜੀ ਰਾਰੇ ਦੇ ਉੱਤੇ ਇਹ ਉਚਾਰਨ ਦੇ ਰਹੀ ਹੈ, ਗੁਰਮੁਖ ਰਹਾ ਸਮਾਈ, गुर ईशर गुर गोरख बर्मा, ईशर पढ़ना है, ईसर लिखा है लेकिन ईशर पढ़ना है, गुर पार गुर ईशर गुर गोरख बर्मा, गुर पार्वती माई। इत्थे रारे दे थल्ले हा लगा के उसनू बर्मा पारा करके पढ़ना है, गुर गोरख बर्मा, गुर पार्वती माई। हाए दे नियम विच असीं कीता सी कि जिथे भारा करके पढ़ना होंदा उत्थे थल्ले थोड़ा हा दा हा उच्चारण होंदा है ते उत्ते दा अक्षर थोड़ा भारा करके पढ़िया जाता है। जे हों जाना आखा नाही, इत्थे जे हों हुण अपनी गल हो रही है, दो नियम दसे सी, एक जिथे अपनी गल हो रही है और जिथे प्लूरल हो रहा है। हुणे तक असीं पढ़ रहे सी कि जिथे प्लूरल हो रहा वे ਇੱਥੇ ਆਪਣੀ ਗੱਲ ਹੋ ਰਹੀ ਹੈ, ਜੇ ਹੋਂ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ। ਇੱਥੇ ਆਪਣੀ ਗੱਲ ਹੋ ਰਹੀ ਹੈ, ਇਸ ਵਾਸਤੇ ਬਿੰਦੀ ਲੱਗ ਰਹੀ ਹੈ। ਹੁਣ ਗੁਰਾ ਗੁਰਾ ਤੇ ਬਿੰਦੀ ਲਗਾ ਕੇ ਨਹੀਂ ਪੜਦੇ, ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। सो तो बाद पॉज देना है, सो मैं विसर ना जाई। जी का खालसा वाहिगुरू जी की फतेह। होइयां भुल्लां चुक्कां लई खिमा दी जाचक हां। सारे तुसी कोई भी तुहानू लगे किथे मैं गलती कीती है ते जरूर करैक्शन करो।